ਸਤਿ ਸ਼੍ਰੀ ਅਕਾਲ ਫਰੈਂਡਸ, ਇਟਸ ਸੰਡੇ ਮਾਰਨਿੰਗ ਐਂਡ ਲਾਸਟ ਡੇ ਆਫ ਦੀ ਮੰਥ ਮਈ। ਸੋ ਹਰ ਵੀਕ ਦੀ ਤਰ੍ਹਾਂ ਸਟਾਰਟ ਕਰਦੇ ਹਾਂ ਵੀਕਲੀ ਜੀਕੇ ਬਲਾਸਟ। ਮਾਈ ਨੇਮ ਇਜ਼ ਅਜੇ ਸਿਡਾਨਾ ਐਂਡ ਆਈ ਵੈਲਕਮ ਯੂ ਆਲ ਟੂ ਗਿਲਸ ਮੈਂਟੋਰ ਈ ਲਰਨਿੰਗ ਯੂਟਿਊਬ ਚੈਨਲ। ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋ ਕਿ ਹਰ ਸੰਡੇ ਆਪਾਂ ਬੀਤੇ ਵੀਕ ਦੇ ਇੰਪੋਰਟੈਂਟ ਬਰਨਿੰਗ ਇਸ਼ੂਜ਼ ਡਿਸਕਸ ਕਰਦੇ ਹਾਂ ਅਤੇ ਉਹਦੇ ਨਾਲ ਰਿਲੇਟ ਕਰਦੀ ਹੋਈ ਸਟੈਟਿਕ ਜੀਕੇ, ਕੰਪਲੀਟ ਸਟੈਟਿਕ ਜੀਕੇ ਜੋ ਉਹਨਾਂ ਟੋਪਿਕਸ ਨਾਲ ਰਿਲੇਟ ਕਰਦੀ ਹੈ ਉਹਨਾਂ ਨੂੰ ਆਪਾਂ ਡਿਸਕਸ ਕਰਦੇ ਹਾਂ। ਸੋ ਦੀ ਟੋਪਿਕ ਇਜ਼ ਸਟੈਟਿਕ ਜੀਕੇ ਰਿਲੇਟਿਡ ਵਿਦ ਬਰਨਿੰਗ ਇਸ਼ੂਜ਼। ਸੋ ਦਿਸ ਵੀਕ ਇਜ਼ ਮਈ ਲਾਸਟ ਵੀਕ। ਸੋ ਜਿਵੇਂ ਕਿ ਹਰ ਵਾਰ ਤੁਹਾਨੂੰ ਮੈਂ ਦੱਸਦਾ ਕਿ ਦਿਸ ਵੀਡੀਓ ਇਜ਼ ਇਸੈਂਸ਼ੀਅਲ ਫੋਰ ਐਵਰੀ ਗੌਰਮੈਂਟ ਜੋਬ ਐਸਪਾਇਰੈਂਟ। ਸੋ ਇਹ ਵੀਡੀਓ ਬਾਕੀ ਲੈਕਚਰਸ ਤੋਂ ਕਿਵੇਂ ਡਿਫਰੈਂਟ ਹੁੰਦੀ ਹੈ ਇਹ ਤੁਹਾਨੂੰ ਲੈਕਚਰ ਨੂੰ ਕੰਪਲੀਟ ਲਗਾ ਕੇ ਹੀ ਪਤਾ ਲੱਗੇਗਾ। ਸੋ ਇਸ ਵੀਡੀਓ 'ਚ ਆਪਾਂ ਜੋ ਵੀਕ ਦੇ ਬਰਨਿੰਗ ਇਸ਼ੂ ਹੈ ਉਹਨਾਂ ਨੂੰ ਬੜੇ ਹੀ ਸਿੰਪਲੀਫਾਈ ਤਰੀਕੇ ਨਾਲ ਅਤੇ ਤੁਹਾਡੀ ਆਪਦੀ ਲੈਂਗੁਏਜ ਪੰਜਾਬੀ ਲੈਂਗੁਏਜ ਦੇ ਵਿੱਚ ਆਪਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਵੀ ਟੌਪਿਕਸ ਹੋਏ ਹੁੰਦੇ ਹੈ, ਜੋ ਵੀ ਇਸ਼ੂਜ਼ ਹੁੰਦੇ ਹੈ ਐਂਡ ਉਹਨਾਂ ਦੇ ਨਾਲ ਰਿਲੇਟ ਕਿਹੜੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਜਾਂ ਆਪਣੀ ਅਵੇਅਰਨੈਸ ਪੁਆਇੰਟ ਆਫ ਵਿਊ ਨਾਲ ਕੀ ਸਟੈਟਿਕ ਟੌਪਿਕ ਬਣ ਸਕਦੇ ਹੈ। ਸੋ ਆਓ ਚੱਲਦੇ ਹਾਂ ਅੱਗੇ। ਬਟ ਉਸ ਤੋਂ ਪਹਿਲਾਂ 1 ਮਿੰਟ ਲਈ ਸ਼ੇਅਰ ਕਰਦੇ ਹਾਂ ਕਿ ਇਹ ਵੀਡੀਓ ਲੈਕਚਰ ਜਾਂ ਇਹ ਵੀਡੀਓ ਜੋ ਹੈ ਇਹ ਕਿਹਨਾਂ ਨੂੰ ਜਾਂ ਕਿਉਂ ਬੈਨੀਫੀਸ਼ੀਅਲ ਇਹ ਹੁੰਦੀ ਹੈ। ਸੋ ਅਗਰ ਇਹਦੇ ਬਾਰੇ ਤੁਸੀਂ ਡਿਟੇਲ ਜਾਣਕਾਰੀ ਲੈਣੀ ਹੈ ਤਾਂ ਫਸਟ ਜੀਕੇ ਬਲਾਸਟ ਦੇਖ ਸਕਦੇ ਹੋ, ਜਿਹਦੇ 'ਚ ਮੈਂ ਦੱਸਿਆ ਸੀ ਕਿ ਜੀਏ, ਜੀਕੇ ਐਂਡ ਜੀਐਸ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ। ਇੱਥੇ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਇਹ ਵੀਡੀਓ ਲੈਕਚਰ ਤੁਹਾਨੂੰ ਕਵਰ ਕਰਦਾ ਹੈ ਜਨਰਲ ਅਵੇਅਰਨੈਸ, ਬਿਕੋਜ਼ ਤੁਹਾਨੂੰ ਸੋਚਣਾ ਪਏਗਾ ਕਿ ਐਗਜ਼ਾਮੀਨਰ ਕੁਐਸਚਨ ਕਿਵੇਂ ਸੈੱਟ ਕਰਦਾ ਹੈ। ਸਟੈਟਿਕ ਜੀਕੇ ਦਾ ਵੀ ਜੋ ਪੁਆਇੰਟ ਹੁੰਦਾ ਹੈ, ਜੋ ਸਟੈਟਿਕ ਜੀਕੇ ਦਾ ਵੀ ਟੌਪਿਕ ਹੁੰਦਾ ਹੈ, ਉਹ ਵੀ ਜੋ ਹੈ ਕਰੰਟ ਇਸ਼ੂ 'ਤੇ ਡਿਪੈਂਡ ਕਰਦਾ ਹੈ। ਜੋ ਵੀ ਕਰੰਟ ਇਸ਼ੂਜ਼ ਚੱਲ ਰਹੇ ਹੁੰਦੇ ਹੈ ਉਸ ਵੀਕ ਦੇ ਜਾਂ ਉਸ ਮੰਥ ਦੇ ਜਾਂ ਲਾਸਟ 3 to 4 ਈਵਨ 6 ਮੰਥ ਦੇ ਜੋ ਕਰੰਟ ਇਸ਼ੂਜ਼ ਚੱਲ ਰਹੇ ਹੁੰਦੇ ਹੈ ਉਹਨਾਂ ਨਾਲ ਰਿਲੇਟ ਕਰਦੀ ਹੋਈ ਸਟੈਟਿਕ ਜੀਕੇ ਹੀ ਐਗਜ਼ਾਮ ਦੇ ਵਿੱਚ ਪੁੱਛੀ ਜਾਂਦੀ ਹੈ। ਸੋ ਇੱਥੇ ਆਪਾਂ ਇਹ ਟਰਾਈ ਕਰਦੇ ਹੁੰਦੇ ਹਾਂ ਕਿ ਜੋ ਇਸ਼ੂਜ਼ ਚੱਲ ਰਹੇ ਹੈ ਉਹਨਾਂ ਨਾਲ ਆਪਾਂ ਰਿਲੇਟ ਕਰਦੇ ਹੋਏ ਸਟੈਟਿਕ ਟੌਪਿਕ ਚੱਕੀਏ ਅਤੇ ਉਹਨਾਂ ਨੂੰ ਡਿਸਕਸ ਕਰੀਏ। ਸੋ ਇੱਕ ਵਾਰੀ ਜਦੋਂ ਤੁਸੀਂ ਵੀਡੀਓ ਲਗਾਓਗੇ ਤੁਹਾਨੂੰ ਇਹ ਚੀਜ਼ ਹੋਰ ਕਲੀਅਰ ਹੋ ਜਾਏਗੀ। ਜੋ ਵੀਡੀਓ ਲਗਾਤਾਰ ਲਗਾਉਂਦੇ ਆ ਰਹੇ ਹੈ ਉਹਨਾਂ ਨੂੰ ਪਤਾ ਹੈ ਕਿ ਆਪਾਂ ਕਿਸ ਤਰੀਕੇ ਨਾਲ ਆਪਾਂ ਜੋ ਸਟੈਟਿਕ ਜੀਕੇ ਨੂੰ ਕਰੰਟ ਜੀਕੇ ਦੇ ਨਾਲ ਰਿਲੇਟ ਕਰਦੇ ਹਾਂ। ਸੋ ਦੋਸਤੋ ਜੋ ਫਸਟ ਟਾਈਮ ਲਗਾ ਰਹੇ ਆ ਉਹਨਾਂ ਨੂੰ ਮੈਂ ਦੱਸਦਾ ਕਿ ਇਹ ਮਈ ਦੇ ਮੰਥ ਦੀ 4th ਜੀਕੇ ਬਲਾਸਟ ਹੈ। ਪਹਿਲੀਆਂ 3 ਤੁਹਾਨੂੰ ਪਲੇਲਿਸਟ ਦੇ ਵਿੱਚ ਮਿਲ ਜਾਣਗੀਆਂ, ਜ਼ਰੂਰ ਦੇਖੋ। ਐਂਡ ਇਹ ਮੇਰਾ ਦਾਅਵਾ ਹੈ ਕਿ ਜਦੋਂ ਤੁਸੀਂ ਚਾਰੋਂ ਵੀਡੀਓਜ਼ ਲਗਾ ਲਓਗੇ ਤੁਹਾਨੂੰ 2 ਜਾਂ 2.5 ਘੰਟੇ ਲੱਗਣਗੇ। ਅਗਰ ਤੁਸੀਂ ਲਗਾ ਲਓਗੇ ਤਾਂ ਤੁਹਾਨੂੰ ਮਈ ਮੰਥ ਪੂਰਾ ਕਲੀਅਰ ਹੋ ਜਾਏਗਾ ਕਿ ਮਈ ਮੰਥ ਦੇ ਵਿੱਚ ਕਿੱਦਾਂ ਦੇ ਬਰਨਿੰਗ ਇਸ਼ੂਜ਼ ਰਹੇ ਅਤੇ ਉਹਨਾਂ ਨਾਲ ਰਿਲੇਟ ਕਰਦੇ ਹੋਏ ਕਿਹੜੇ ਟੌਪਿਕ ਆਪਾਂ ਨੂੰ ਆਉਣ ਵਾਲੇ ਐਗਜ਼ਾਮਸ ਦੇ ਵਿੱਚ ਜੋ ਹੈ ਉਹ ਸਟੱਡੀ ਕਰਨੇ ਪੈਣਗੇ। ਐਂਡ ਉਹਨਾਂ ਨੂੰ ਡਿਟੇਲ 'ਚ ਸਟੱਡੀ ਵੀ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ, ਉਹਨਾਂ ਦੀ ਇੱਕ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਮਿਲੇਗੀ। ਸੋ ਦੋਸਤੋ ਸਟਾਰਟ ਕਰਦੇ ਹਾਂ। ਮਈ ਦੇ ਲਾਸਟ ਵੀਕ ਦੇ ਜੋ ਮੇਨ ਬਰਨਿੰਗ ਇਸ਼ੂ ਰਹੇ ਉਹ ਤੁਹਾਡੇ ਸਾਹਮਣੇ ਹੈ। 10 ਇਸ਼ੂਜ਼ ਆਪਾਂ ਮੇਨ ਲਿੱਤੇ ਹੈ ਜਿਨ੍ਹਾਂ ਦੀ ਕੰਪਲੀਟ ਡਿਟੇਲ ਆਪਾਂ ਡਿਸਕਸ ਕਰਾਂਗੇ। ਜਿਵੇਂ ਕਿ ਤੁਸੀਂ ਜਾਣਦੇ ਹੋ ਸਭ ਤੋਂ ਪਹਿਲਾਂ ਆਪਾਂ ਵੀਕ ਦੀ ਫੇਮਸ ਪਰਸਨੈਲਿਟੀ ਲੈਂਦੇ ਹਾਂ। ਇਸ ਵੀਕ ਦੀ ਫੇਮਸ ਪਰਸਨੈਲਿਟੀ ਹੈ ਸਰਦਾਰ ਬਲਬੀਰ ਸਿੰਘ ਸੀਨੀਅਰ। ਦੈਨ ਆਪਾਂ 2 ਗੌਰਮੈਂਟ ਸਕੀਮਸ ਲਿੱਤੀਆਂ। ਗੌਰਮੈਂਟ ਸਕੀਮਸ ਤੁਹਾਨੂੰ ਪਤਾ ਹੈ ਕਿ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਗੌਰਮੈਂਟ ਸਕੀਮ ਬਹੁਤ ਹੀ ਇੰਪੋਰਟੈਂਟ ਹੁੰਦੀਆਂ। PPSC ਦੇ ਵਿੱਚ ਪ੍ਰਿੰਸੀਪਲ ਹੈਡਮਾਸਟਰ ਦੇ ਜੋ ਫਾਰਮ ਨਿਕਲੇ ਹੋਏ ਆ ਉਹਨਾਂ 'ਚ ਤੁਸੀਂ ਸਿਲੇਬਸ ਦੇਖ ਹੀ ਲਿਆ ਹੋਏਗਾ ਕਿ ਸਪੈਸ਼ਲੀ ਲਿਖਿਆ ਹੋਇਆ ਗੌਰਮੈਂਟ ਵੈਲਫੇਅਰ ਸਕੀਮ। ਸੋ ਗੌਰਮੈਂਟ ਵੈਲਫੇਅਰ ਸਕੀਮ ਜ਼ਰੂਰ ਪੁੱਛੀਆਂ ਜਾਂਦੀਆਂ। ਦੈਨ ਆਪਾਂ ਕੁਝ ਵਰਡ ਦੇ ਇਸ਼ੂ ਕਰਦੇ ਹਾਂ, ਜਿਵੇਂ ਕਿ ਇਸ ਵਾਰੀ ਹੈ ਸੋਕਰ ਲੀਗਸ ਆਫ ਦੀ ਵਰਲਡ, ਟੈਨਿਸ ਸਟਾਰ। ਦੈਨ ਕੋਈ ਨਾ ਕੋਈ ਆਪਾਂ ਇੰਪੋਰਟੈਂਟ ਡੇ ਅਤੇ ਉਹਦੀ ਥੀਮ ਅਤੇ ਉਹਦੀ ਸਟੈਟਿਕ ਜੀਕੇ ਕਰਦੇ ਹਾਂ, ਉਹ ਹੈ ਬਾਇਓਡਾਇਵਰਸਿਟੀ ਇਨੀਸ਼ੀਏਟਿਵ। ਦੈਨ ਅਗਰ ਆਪਾਂ ਇੰਡੀਆ ਦੇ ਇਸ਼ੂਜ਼ ਦੀ ਗੱਲ ਕਰੀਏ ਤਾਂ ਬਾਰਡਰ ਰੋਡ ਆਰਗੇਨਾਈਜੇਸ਼ਨ, UN ਮਿਲਟਰੀ ਜੈਂਡਰ ਐਡਵੋਕੇਟ ਅਵਾਰਡ ਜੋ ਕਿ ਇੰਡੀਆ ਦੀ ਇੱਕ ਲੇਡੀ ਨੂੰ ਮਿਲਿਆ, ਦੈਨ ਨਾਬਾਰਡ ਐਂਡ ਦੈਨ ਵਟ ਇਜ਼ ਬੈਡ ਬੈਂਕ। ਸੋ ਇਹ 10 ਇਸ਼ੂਜ਼ ਨੂੰ ਆਪਾਂ ਫੁੱਲ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਚਲੋ ਫਿਰ ਸਟਾਰਟ ਕਰਦੇ ਹਾਂ। ਸੋ ਸਟੈਟਿਕ ਜੀਕੇ ਐਂਡ ਇਨਫੋਰਮੇਸ਼ਨ ਅਬਾਊਟ ਥੀਸ ਇਸ਼ੂਜ਼ ਇਨ ਡਿਟੇਲ। ਫਸਟ ਇਜ਼ ਦੀ ਫੇਮਸ ਪਰਸਨੈਲਿਟੀ ਆਫ ਦੀ ਵੀਕ। ਸੋ ਫੇਮਸ ਪਰਸਨੈਲਿਟੀ ਰਹੇ ਸਰਦਾਰ ਬਲਬੀਰ ਸਿੰਘ ਦੋਸਾਂਝ, ਜਿਨ੍ਹਾਂ ਦਾ ਕਿ ਨਿਧਨ ਹੋਇਆ, ਜਿਨ੍ਹਾਂ ਦੀ ਮ੍ਰਿਤਿੂ ਹੋਈ ਹੈ ਇਸ ਵੀਕ ਹੀ। ਸੋ ਨਿਊਜ਼ ਕੀ ਰਹੀ,
ਹੌਕੀ ਲੀਜੈਂਡ ਬਲਬੀਰ ਸਿੰਘ ਸੀਨੀਅਰ ਪਾਸਿਸ ਅਵੇ। ਸੋ ਅਗਰ ਆਪਾਂ ਇਹਨਾਂ ਦੀ ਗੱਲ ਕਰੀਏ, ਇਹਨਾਂ ਨੂੰ ਮੋਡਰਨ ਡੇ ਧਿਆਨ ਚੰਦ ਕਿਹਾ ਜਾਂਦਾ ਸੀ। ਸੋ ਇਹਨਾਂ ਦਾ ਬਰਥਡੇ ਜੋ ਬਰਥ ਹੋਇਆ ਉਹ ਹੋਇਆ 31 ਦਸੰਬਰ 1923 1923 ਦੇ ਵਿੱਚ। ਸੋ ਇਹ ਰਿਲੇਟ ਕਰਦੇ ਸੀ ਹੌਕੀ ਗੇਮ ਦੇ ਨਾਲ। ਮੈਂ ਪਿਕ ਵੀ ਦਿੱਤੀ ਹੈ, ਇਹ ਸਰ ਦੀ ਲੇਟੈਸਟ ਪਿਕ, ਐਂਡ ਇਹ ਪਿਕ ਸਰ ਦੀ ਓਲੰਪਿਕ ਦੇ ਟਾਈਮ ਦੀ। ਸੋ ਇਹਨਾਂ ਦੀਆਂ ਅਚੀਵਮੈਂਟ ਕੀ ਸੀ, ਮੇਨ ਅਚੀਵਮੈਂਟ ਦੀ ਅਗਰ ਆਪਾਂ ਗੱਲ ਕਰੀਏ, ਸੋ ਇਹਨਾਂ ਦੀ ਅਚੀਵਮੈਂਟ ਰਹੀ ਕਿ ਇਹਨਾਂ ਨੇ 3 ਟਾਈਮ ਓਲੰਪਿਕ ਗੋਲਡ ਮੈਡਲਿਸਟ, ਇਹਨਾਂ ਨੇ ਹੈਟ੍ਰਿਕ ਲਗਾਈ ਸੀ ਓਲੰਪਿਕ ਮੈਡਲਿਸਟ ਦੀ ਕਿ ਇਹ ਟੀਮ ਦਾ ਮੈਂਬਰ ਰਹੇ। ਲੰਡਨ ਓਲੰਪਿਕ 1948, ਦੈਨ ਹੈਲਸਿੰਕੀ ਓਲੰਪਿਕ 1952 ਐਂਡ ਐਜ਼ ਏ ਵਾਈਸ ਕੈਪਟਨ, ਐਂਡ ਇੰਡੀਆ ਟੀਮ ਦੇ ਕੈਪਟਨ ਸੀ ਮੇਲਬੋਰਨ 1956 ਦੇ ਵਿੱਚ। ਸੋ ਇਹਨਾਂ ਦੀ ਇਹ ਅਚੀਵਮੈਂਟ ਰਹੀ। ਇਹਨਾਂ ਦੀ ਇੱਕ ਬੁੱਕ ਵੀ ਹੈ ਜਿਹਦਾ ਨਾਮ ਹੈ ਦੀ ਗੋਲਡਨ ਹੈਟ੍ਰਿਕ। ਸੋ ਇਹ 3 ਵਾਰੀ ਲਗਾਤਾਰ ਗੋਲਡ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ। ਇੱਕ ਵਾਰੀ ਐਜ਼ ਏ ਪਲੇਅਰ, ਇੱਕ ਵਾਰੀ ਐਜ਼ ਏ ਵਾਈਸ ਕੈਪਟਨ, ਐਂਡ ਇੱਕ ਵਾਰੀ ਐਜ਼ ਏ ਕੈਪਟਨ 1956 ਦੇ ਵਿੱਚ। ਹੋਰ ਵੀ ਇਹਨਾਂ ਦੇ ਨਾਮ 'ਤੇ ਇੱਕ ਅਨਬੀਟਨ ਰਿਕਾਰਡ ਹੈ, ਤੁਸੀਂ ਯਾਦ ਰੱਖਣਾ ਹੈ, ਦੈਟ ਇਜ਼ ਮੋਸਟ ਗੋਲ ਸਕੋਰਡ ਬਾਈ ਐਨ ਇੰਡੀਵਿਜੂਅਲ ਇਨ ਐਨ ਓਲੰਪਿਕ ਮੈਨਸ ਫਾਈਨਲ। ਹੌਕੀ ਦੇ ਫਾਈਨਲ ਮੈਚ ਦੇ ਵਿੱਚ ਇਹਨਾਂ ਨੇ 1952 ਦਾ ਜੋ ਫਾਈਨਲ ਸੀ, ਇਹਨਾਂ ਨੇ ਨੀਦਰਲੈਂਡ ਦੇ ਖਿਲਾਫ ਜੋ ਇੰਡੀਆ 6-1 ਤੋਂ ਜਿੱਤਿਆ, ਉਹਨਾਂ 'ਚੋਂ 5 ਗੋਲ ਸਰਦਾਰ ਬਲਬੀਰ ਸਿੰਘ ਜੀ ਦੇ ਹੀ ਸੀਗੇ। ਸੋ ਇਹਨਾਂ ਦਾ ਰਿਕਾਰਡ ਹਜੇ ਤੱਕ ਉਹ ਰਿਕਾਰਡ ਅਨਬੀਟਨ ਹੈ। ਹੋਰ ਜੋ ਹੈ 1975 ਦੇ ਵਿੱਚ ਜਦੋਂ ਇੰਡੀਆ ਟੀਮ ਇੱਕੋ ਇੱਕ ਆਪਦਾ ਵਰਲਡ ਕੱਪ ਜਿੱਤੀ, ਉਸ ਟਾਈਮ 'ਤੇ ਟੀਮ ਦੇ ਮੈਨੇਜਰ ਵੀ ਸਰਦਾਰ ਬਲਬੀਰ ਸਿੰਘ ਸੀਗੇ। ਸੋ ਇੱਕ ਚੀਜ਼ ਹੋਰ ਤੁਹਾਨੂੰ ਯਾਦ ਰੱਖਣੀ ਪਏਗੀ ਜਿਹਦੇ ਨਾਲ ਆਸਾਨੀ ਹੋਏਗੀ, ਅਕਸ਼ੈ ਕੁਮਾਰ ਦੀ 2018 ਦੇ ਵਿੱਚ ਇੱਕ ਮੂਵੀ ਆਈ ਸੀ ਗੋਲਡ, ਜੋ ਕਿ ਹਾਕੀ ਗੇਮ 'ਤੇ ਸੀ। ਉਹਦੇ 'ਚ ਉਹਨਾਂ ਨੇ ਟੀਮ ਦੇ ਮੈਨੇਜਰ ਦਾ ਕਿਰਦਾਰ ਨਿਭਾਇਆ ਸੀ ਤਪਨ ਦਾਸ ਦਾ। ਉਹਦੇ ਵਿੱਚ ਵੀ ਜੋ ਕਹਾਣੀ ਸੀ ਉਹ ਬਲਬੀਰ ਸਿੰਘ ਸੀਨੀਅਰ ਜੀ ਦੀ ਸੀਗੀ। ਸੋ ਬਲਬੀਰ ਸਿੰਘ ਸੀਨੀਅਰ ਕਿਉਂ ਕਿਹਾ ਜਾਂਦਾ, ਕਿਉਂਕਿ ਬਾਕੀ ਪਲੇਅਰ, ਇੱਕ ਹੋਰ ਪਲੇਅਰ ਸੀਗੇ ਬਲਬੀਰ ਸਿੰਘ, ਉਹਨਾਂ ਤੋਂ ਡਿਫਰੈਂਸ਼ੀਏਟ ਕਰਨ ਲਈ ਇਹਨਾਂ ਨੂੰ ਬਲਬੀਰ ਸਿੰਘ ਸੀਨੀਅਰ ਦਾ ਨਾਮ ਦਿੱਤਾ ਗਿਆ। ਸੋ ਇਹ ਸਾਰੀਆਂ ਚੀਜ਼ਾਂ ਹੈ ਬਲਬੀਰ ਸਿੰਘ ਜੀ ਦੇ ਬਾਰੇ। ਸੋ ਕਿਹੜੀ ਗੇਮ ਨਾਲ ਰਿਲੇਟ ਕਰਦੇ ਸੀ, ਇਹ ਰਿਲੇਟ ਕਰਦੇ ਸੀ ਹੌਕੀ ਨਾਲ। ਸੋ ਆਪਾਂ ਥੋੜੀ ਗੱਲ ਕਰਦੇ ਹਾਂ ਹੌਕੀ ਬਾਰੇ। ਸੋ ਦੀ ਗੇਮ ਨੇਮ ਇਜ਼ ਹੌਕੀ। ਨੰਬਰ ਆਫ ਪਲੇਅਰਸ ਇਨ ਦੀ ਗੇਮ, ਕਿੰਨੇ ਪਲੇਅਰ ਹੁੰਦੇ ਆ ਹੌਕੀ ਦੇ ਵਿੱਚ? 11। ਇਹ ਵੀ ਕਈ ਵਾਰੀ ਕੁਐਸਚਨ ਪੁੱਛ ਲਿਆ ਜਾਂਦਾ ਹੈ, ਨੰਬਰ ਆਫ ਪਲੇਅਰਸ ਇਨ ਡਿਫਰੈਂਟ ਸਪੋਰਟਿੰਗ ਇਵੈਂਟਸ ਦੇ ਵਿੱਚ। ਸੋ ਇਹ ਸਾਰੀ ਚੀਜ਼। ਦੈਨ ਆਪਾਂ ਗੱਲ ਕਰਦੇ ਹਾਂ ਹੌਕੀ ਨਾਲ ਰਿਲੇਟ ਮੇਜਰ ਕੱਪਸ, ਅਲੱਗ-ਅਲੱਗ ਤਰ੍ਹਾਂ ਦੇ ਕੱਪ ਹੁੰਦੇ ਆ ਹੌਕੀ ਦੇ ਵਿੱਚ। ਸੋ ਹੌਕੀ ਨਾਲ ਰਿਲੇਟ ਕਰਦੇ ਅਗਰ ਆਪਾਂ ਕੱਪ ਦੀ ਗੱਲ ਕਰੀਏ ਤਾਂ ਉਹ ਹੈ ਨਹਿਰੂ ਟਰੋਫੀ, ਇੰਦਰਾ ਗਾਂਧੀ ਗੋਲਡ ਕੱਪ, ਮੇਜਰ ਧਿਆਨਚੰਦ ਟਰੋਫੀ, ਖਾਨ ਅਬਦੁਲ ਗਫਾਰ ਕੱਪ, ਆਗਾ ਖਾਨ ਕੱਪ। ਆਗਾ ਖਾਨ ਕੱਪ ਬਹੁਤ ਵਾਰੀ ਪੁੱਛਿਆ ਗਿਆ ਐਗਜ਼ਾਮ ਦੇ ਵਿੱਚ। ਦੈਨ ਮਹਾਰਾਜਾ ਰਣਜੀਤ ਸਿੰਘ ਗੋਲਡ ਕੱਪ, ਵੈਲਿੰਗਟਨ ਕੱਪ, ਸਿੰਧੀਆ ਕੱਪ, ਗੁਰੂ ਨਾਨਕ ਚੈਂਪੀਅਨਸ਼ਿਪ, ਲੇਡੀ ਰਤਨ ਟਾਟਾ ਟਰੋਫੀ ਐਂਡ ਬੇਗਮ ਰਸੂਲ ਟਰੋਫੀ। ਇਹਦੇ ਤੁਸੀਂ ਇਹ ਯਾਦ ਰੱਖਣਾ ਹੈ ਕਿ ਜੋ ਲਾਸਟ ਵਾਲੀਆਂ 3 ਟਰੋਫੀਜ਼ ਹੈ ਇਹ ਸਪੈਸੀਫਿਕਲੀ ਫੀਮੇਲ ਹੌਕੀ ਨਾਲ ਰਿਲੇਟ ਕਰਦੀਆਂ, ਫੀਮੇਲ ਹੌਕੀ। So the game is hockey, number of players is 11 and the main cups of hockey are in front of you। ਦੇਖੋ ਦੋਸਤੋ ਸਟੈਟਿਕ ਜੀਕੇ ਬਹੁਤ ਜਗ੍ਹਾ ਤੇ ਕੰਮ ਆਉਂਦੀ ਹੈ। ਨੋਟ ਜੋ ਐਗਜ਼ਾਮ ਦੇ ਵਿੱਚ ਜੋ ਸਟੈਟਿਕ ਜੋ ਆਪਣਾ ਜੀਕੇ ਦਾ ਪਾਰਟ ਆਉਂਦਾ ਹੈ ਉਹਦੇ ਤਾਂ ਕੰਮ ਆਉਂਦੀ ਹੈ। ਕਈ ਵਾਰੀ ਤੁਸੀਂ ਦੇਖਿਆ ਹੋਏਗਾ, ਤੁਸੀਂ ਰੀਜ਼ਨਿੰਗ ਕਰਦੇ ਹੋ, ਰੀਜ਼ਨਿੰਗ 'ਚ ਵੀ ਕਈ ਵਾਰੀ ਇੱਦਾਂ ਦੇ ਕੁਐਸਚਨ ਪੁੱਛ ਲਏ ਜਾਂਦੇ ਆ ਕਿ ਅਗਰ ਹੌਕੀ ਰਿਲੇਟ ਕਰਦਾ 11 ਦੇ ਨਾਲ, ਦੈਨ ਬਾਸਕਟਬਾਲ ਕਿਸ ਟਰਮ ਨਾਲ ਜਾਂ ਕਿਸ ਨੰਬਰ ਨਾਲ ਰਿਲੇਟ ਕਰਦਾ ਹੈ। ਐਸੇ ਤਰ੍ਹਾਂ ਕਈ ਵਾਰੀ ਕੁਐਸਚਨ ਪੁੱਛ ਲਿਆ ਜਾਂਦਾ ਹੈ ਕਿ ਅਗਰ ਇਫ ਹੌਕੀ ਇਜ਼ ਰਿਲੇਟਿਡ ਟੂ ਧਿਆਨਚੰਦ ਟਰੋਫੀ, ਦੈਨ ਕ੍ਰਿਕਟ ਇਜ਼ ਰਿਲੇਟਿਡ ਟੂ ਵਿਚ। ਤਾਂ ਇੱਦਾਂ ਦੇ ਕੁਐਸਚਨ ਪੁੱਛ ਲਏ ਜਾਂਦੇ ਆ। ਸੋ ਇਹ ਆਪਣੀ ਜਨਰਲ ਅਵੇਅਰਨੈਸ ਹੈ। ਜਿੰਨੇ ਜ਼ਿਆਦਾ ਆਪਾਂ ਜਨਰਲੀ ਜਾਂ ਜਿੰਨੇ ਜ਼ਿਆਦਾ ਆਪਾਂ ਅਵੇਅਰ ਹੁੰਦੇ ਜਾਵਾਂਗੇ, ਐਗਜ਼ਾਮ ਦੇ ਟੌਪਿਕਸ ਆਪਾਂ ਨੂੰ ਉਨੇ ਹੀ ਈਜ਼ੀ ਲੱਗਦੇ ਜਾਣਗੇ। ਸੋ ਇਹ ਸੀ ਫਸਟ ਆਪਣੀ ਮੇਜਰ ਪਰਸਨੈਲਿਟੀ ਐਂਡ ਉਹਨਾਂ ਨਾਲ ਰਿਲੇਟ ਕਰਦੀ ਹੋਈ ਹੌਕੀ ਗੇਮ ਆਪਾਂ ਡਿਸਕਸ ਕੀਤੀ। ਨੈਕਸਟ ਦੀ ਸੋਸ਼ਲ ਵੈਲਫੇਅਰ ਸਕੀਮ ਆਫ ਦੀ ਗੌਰਮੈਂਟ ਜੋ ਐਸ ਵੀਕ ਇੰਪੋਰਟੈਂਟ ਰਹੀ, ਦੈਟ ਇਜ਼ ਪ੍ਰਧਾਨ ਮੰਤਰੀ ਵਯਾ ਵੰਦਨਾ ਯੋਜਨਾ। So the news was LIC launches modified PMVVY for 3 more years। ਸੋ ਪ੍ਰਧਾਨ ਮੰਤਰੀ ਵਿਆ ਵੰਦਨਾ ਯੋਜਨਾ। ਸੋ ਨੇਮ ਤੋਂ ਹੀ ਪਤਾ ਲੱਗ ਰਿਹਾ, ਕਈ ਵਾਰੀ ਤਾਂ ਇੱਕ ਸਿੰਪਲ ਕੁਐਸਚਨ ਆਉਂਦਾ ਹੈ ਕਿ ਇਹ ਸਕੀਮ ਕਿਹੜੀ ਚੀਜ਼ ਨਾਲ ਰਿਲੇਟ ਕਰਦੀ ਹੈ। ਸੋ ਇਹ ਸਕੀਮ ਰਿਲੇਟ ਕਰਦੀ ਹੈ ਸੀਨੀਅਰ ਸਿਟੀਜ਼ਨਸ ਆਫ ਇੰਡੀਆ ਨਾਲ। ਸੋ ਸੀਨੀਅਰ ਸਿਟੀਜ਼ਨ ਤੁਹਾਨੂੰ ਪਤਾ ਹੀ ਹੈ
ਜਿਹੜੇ ਆਪਣੇ ਰਿਸਪੈਕਟਡ ਬੰਦੇ ਜੋ ਪੇਰੈਂਟਸ ਜਾਂ ਆਪਣੇ ਵੱਡੇ ਬਜ਼ੁਰਗ ਹੈ ਜਿਨ੍ਹਾਂ ਦੀ ਏਜ 60 ਤੋਂ ਅਬਵ ਹੋ ਜਾਂਦੀ ਹੈ ਉਹਨਾਂ ਨੂੰ ਆਪਾਂ ਸੀਨੀਅਰ ਸਿਟੀਜ਼ਨ ਦਾ ਦਰਜਾ ਦਿੰਦੇ ਆ। ਸੋ ਮੇਨ ਏਜੰਸੀ ਕੀ ਹੈ ਇਸ ਸਕੀਮ ਦੀ? LIC। ਕਦੋਂ ਲਾਂਚ ਹੋਈ ਹੈ ਮੋਡੀਫਾਈਡ ਫਾਰਮ ਦੇ ਵਿੱਚ? 25 ਮਈ 2020 ਦੇ ਵਿੱਚ। ਐਂਡ ਇਸ ਸਕੀਮ ਦੇ ਵਿੱਚ ਕੀ ਦਿੱਤਾ ਜਾਂਦਾ? ਅਗਰ ਆਪਾਂ ਇਹਦੀ ਪਿਕ ਦੇਖੀਏ ਜੋ ਗੌਰਮੈਂਟ ਸਾਈਟ 'ਤੇ ਜੋ ਇਹਦੀ ਪਿਕ ਹੈ, ਦੈਟ ਇਜ਼ ਐਮਪਾਵਰਿੰਗ ਦੀ ਐਲਡਰਲੀ ਥੈਂਕਿੰਗ ਦੀ ਹੈਂਡਸ ਦੈਟ ਬਿਲਡ ਦੀ ਨੇਸ਼ਨ। ਬਹੁਤ ਵਧੀਆ ਟੈਗਲਾਈਨ ਦਿੱਤੀ ਗਈ ਹੈ, ਪ੍ਰਧਾਨ ਮੰਤਰੀ ਵਿਆ ਵੰਦਨਾ ਯੋਜਨਾ। ਦੈਨ ਕੀ ਚੀਜ਼ ਕਹੀ ਗਈ ਹੈ? ਪੈਨਸ਼ਨ ਸਕੀਮ ਫॉर ਸੀਨੀਅਰ ਸਿਟੀਜ਼ਨ ਏਜ 60 ਈਅਰ ਐਂਡ ਅਬਵ। ਐਸ਼ੋਰਡ ਰਿਟਰਨ ਕਹੀ ਗਈ ਹੈ। ਦੈਨ ਐਗਜ਼ੈਂਪਟਿਡ ਫਰੋਮ ਸਰਵਿਸ ਟੈਕਸ, ਲੋਨ ਵੀ ਦਿੱਤਾ ਜਾ ਸਕਦਾ ਹੈ ਉਸ 'ਤੇ। ਐਂਡ ਪ੍ਰੀ ਮੈਚੋਰ ਜੋ ਐਗਜ਼ਿਟ ਵੀ ਦਿੱਤੀ ਜਾ ਸਕਦੀ ਹੈ। ਸੋ ਅਗਰ ਆਪਾਂ ਇਹਨੂੰ ਸਿੰਪਲੀਫਾਈ ਕਰੀਏ, ਸਿੰਪਲੀਫਾਈ ਤਰੀਕੇ ਦੇ ਵਿੱਚ ਅਗਰ ਮੈਂ ਦੱਸਾਂ ਤਾਂ ਕੋਈ ਵੀ ਬਜ਼ੁਰਗ ਆਪਦੇ ਇੱਕ ਕਿਸੇ ਅਮਾਊਂਟ ਨੂੰ, ਜੋ ਕਿ ਅਮਾਊਂਟ 15 ਲੱਖ ਤੱਕ ਹੋ ਸਕਦੀ ਹੈ, ਉਸ ਅਮਾਊਂਟ ਨੂੰ ਉਹ ਬੈਂਕ ਦੇ ਵਿੱਚ ਜਮ੍ਹਾਂ ਕਰਵਾ ਸਕਦਾ ਹੈ 10 ਸਾਲਾਂ ਲਈ। ਐਂਡ ਉਸ ਦੇ ਬਿਹਾਫ 'ਤੇ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਏਗੀ, ਮੰਥਲੀ ਪੈਨਸ਼ਨ, ਜੋ ਕਿ 1000 ਤੋਂ 10000 ਤੱਕ ਦੀ ਹੋ ਸਕਦੀ ਹੈ। ਐਂਡ ਰਿਟਰਨ ROI ਮੀਨਸ ਰਿਟਰਨ ਆਫ ਇੰਟਰਸਟ ਜੋ ਇਸ ਸਾਲ ਦਾ ਹੈ ਉਹ ਹੈ 7.40, ਜੋ ਕਿ 8% ਤੱਕ ਜਾ ਸਕਦਾ ਹੈ। ਇੱਥੇ ਲਿਖਿਆ ਹੋਇਆ ਹੈ 8% ਤੱਕ ਰਿਟਰਨ ਮਿਲ ਸਕਦਾ ਹੈ। ਅਗਲੇ 3 ਫਾਈਨੈਂਸ਼ੀਅਲ ਈਅਰ ਲਈ ਇਹਨੂੰ ਓਪਨ ਕੀਤਾ ਗਿਆ ਹੈ ਇਸ ਸਕੀਮ ਨੂੰ, ਦੈਟ ਇਜ਼ ਅਪ ਟੂ March 31, 2023। So this is all about this social welfare scheme. This social welfare scheme is for elder one, that is senior citizens of India. They can deposit the any amount up to rupees 15 lakh to any bank. Then bank will provide the pension, ਓਕੇ। ਐਂਡ ਉਹ ਪੈਨਸ਼ਨ 1000 ਤੋਂ 10,000 ਦੇ ਵਿੱਚ ਹੋ ਸਕਦੀ ਹੈ, ਅਗਲੇ 10 ਸਾਲਾਂ ਲਈ ਉਹਨਾਂ ਨੂੰ ਮਿਲੇਗੀ। ਐਂਡ ਉਸ ਤੋਂ ਬਾਅਦ ਜੋ ਰੇਟ ਆਫ ਇੰਟਰਸਟ ਹੈ ਉਹ ਵੀ ਬਾਕੀ ਸਕੀਮਸ ਨਾਲੋਂ ਕਾਫੀ ਜ਼ਿਆਦਾ ਹੈ। ਪ੍ਰੀ ਮੈਚੋਰ ਐਗਜ਼ਿਟ ਦੀ ਸਕੀਮ ਹੈ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ। ਅਦਰਵਾਈਜ਼ 3 ਸਾਲਾਂ ਬਾਅਦ ਜੋ ਉਹਨਾਂ ਨੇ ਅਮਾਊਂਟ ਦਿੱਤਾ ਹੋਇਆ ਉਸ ਅਮਾਊਂਟ ਦਾ 75% ਤੱਕ ਉਹ ਲੋਨ ਵੀ ਲੈ ਸਕਦੇ ਹੈ। ਸੋ ਦਿਸ ਇਜ਼ ਆਲ ਅਬਾਊਟ ਪ੍ਰਧਾਨ ਮੰਤਰੀ ਵਿਆ ਵੰਦਨਾ ਯੋਜਨਾ। Next is also a social welfare scheme, very important, pradhan mantri matsya sampada yojana. So matsya means fishes. So what is this ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ? ਇਹ ਕਿਉਂ ਕੀਤੀ ਗਈ ਹੈ? ਇਹਦਾ ਏਮ ਕੀ ਹੈ? ਇਟ ਇਜ਼ ਟੂ ਐਡਰੈਸ क्रिटिकल शॉर्टफॉल इन फिश प्रोडक्शन मीनस ब्लू रेवोल्यूशन। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਫਿਸ਼ ਪ੍ਰੋਡਕਸ਼ਨ ਹੈ ਉਹਨੂੰ ਬਲੂ ਰੈਵੋਲੂਸ਼ਨ ਦਾ ਨਾਮ ਦਿੱਤਾ ਜਾਂਦਾ ਹੈ। ਸੋ ਐਸੇ ਜੋ ਡਾਊਨਫॉल ਆਇਆ ਹੈ ਉਸ ਟਾਰਗੇਟ ਨੂੰ ਅਚੀਵ ਕਰਨ ਲਈ, ਮੀਨਸ ਜੋ ਮਛਵਾਰੇ ਵਗੈਰਾ ਜੋ ਫਿਸ਼ ਕੰਪਨੀਜ਼ ਹੈ, ਡਿਸਟਰੀਬਿਊਟਰੀ ਕੰਪਨੀਜ਼ ਹੈ, ਮਾਰਕੀਟਿੰਗ ਕੰਪਨੀਜ਼ ਹੈ, ਉਹਨਾਂ ਦੇ ਹੋਰ ਮਤਲਬ ਜੋ ਡਿਵੈਲਪਮੈਂਟ ਲਈ ਜੋ ਹੈ PM ਮਤਸਯ ਸੰਪਦਾ ਯੋਜਨਾ ਕੀਤੀ ਗਈ ਹੈ। ਮੈਨੇਜ ਕਿਹੜੀ ਮਿਨਿਸਟਰੀ ਇਹਨੂੰ ਮੈਨੇਜ ਕਰੇਗੀ? ਮਿਨਿਸਟਰੀ ਆਫ ਫਿਸ਼ਰੀਜ਼, ਐਨੀਮਲ ਹਸਬੈਂਡਰੀ ਐਂਡ ਡੇਅਰਿੰਗ। ਸੋ ਇਹਦੇ ਮਿਨਿਸਟਰ ਕੌਣ ਹੈ? ਮਿਨਿਸਟਰ ਸ਼੍ਰੀ ਗਿਰੀਰਾਜ ਸਿੰਘ। ਸੋ ਮੈਨੂੰ ਤੁਸੀਂ ਕਮੈਂਟ ਬਾਕਸ ਵਿੱਚ ਦੱਸੋ ਕਿ ਗਿਰੀਰਾਜ ਸਿੰਘ ਜੀ ਦੀ ਕੰਸਟੀਟੂਐਂਸੀ ਕਿਹੜੀ ਹੈ, ਕਿੱਥੋਂ ਚੁਣਾਵ ਜਿੱਤ ਕੇ ਉਹ MP ਬਣੇ ਹੈ। ਸੋ ਇਹ ਵੀ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ। ਸੋ ਟੈਨਿਓਰ ਹੈ ਸਕੀਮ ਦਾ 5 ਈਅਰਸ। ਦੈਨ ਅਬਾਊਟ ਦੀ ਸਕੀਮ ਕਿਉਂ ਲਿਆਂਦੀ ਗਈ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਇੰਸ਼ੋਰੈਂਸ ਕਵਰੇਜ ਫॉर ਫਿਸ਼ਿੰਗ ਵੈਸਲਸ, ਠੀਕ ਹੈ। ਗਰੋਥ ਰੇਟ ਐਕਸਪੈਕਟ ਕੀਤੀ ਗਈ ਹੈ। ਜਾਂ ਇਹਨੂੰ ਹੋਰ ਮੈਂ ਸਿੰਪਲੀਫਾਈ ਦੱਸਾਂ ਤਾਂ ਸਿੰਪਲੀਫਾਈ ਕੀ ਹੈ ਕਿ ਫਿਸ਼ਰੀ ਦਾ ਟਾਰਗੇਟ ਇਸ ਟਾਈਮ ਇੰਡੀਆ ਜੋ ਹੈ ਉਹ ਕਿਹੜੇ ਰੈਂਕ 'ਤੇ ਆਉਂਦਾ ਹੈ? ਅਗਰ ਆਪਾਂ ਫਿਸ਼ ਪ੍ਰੋਡਕਸ਼ਨ ਦੀ ਗੱਲ ਕਰੀਏ ਉਹ ਰੈਂਕ ਹੈ 4th ਰੈਂਕ 'ਚ ਆਉਂਦਾ ਹੈ। ਲੇਕਿਨ ਪਿਛਲੇ ਕੁਝ ਦਿਨਾਂ 'ਚ ਜੋ ਪ੍ਰੋਡਕਸ਼ਨ ਹੈ ਉਹ ਕਾਫੀ ਡਾਊਨ ਹੋਈ ਹੈ। ਸੋ ਉਸ ਪ੍ਰੋਡਕਸ਼ਨ ਨੂੰ ਉੱਪਰ ਕਰਨ ਲਈ ਐਂਡ ਇੱਕ ਟਾਰਗੇਟ ਰੱਖਿਆ ਗਿਆ ਹੈ, ਉਹ ਟਾਰਗੇਟ ਹੈ 220 ਲੱਖ ਮੀਟ੍ਰਿਕ ਟਨ। ਇੰਨੀ ਪ੍ਰੋਡਕਸ਼ਨ ਫਿਸ਼ਰੀਜ਼ ਦੀ ਕਰਨ ਲਈ ਕਦੋਂ ਤੱਕ? 2024 ਤੱਕ। ਅਗਰ ਆਹ ਟਾਰਗੇਟ ਆਪਾਂ ਲਿੱਤਾ ਹੈ ਜੋ ਗੌਰਮੈਂਟ ਨੇ ਉਸ ਦੇ ਤਹਿਤ ਬਣਾਈ ਹੈ PM ਮਤਸਯ ਸੰਪਦਾ ਯੋਜਨਾ। ਸੋ ਫਿਸ਼ਰੀ ਨਾਲ ਰਿਲੇਟਿਡ ਹੈ, ਇਹ ਵੀ ਹੋ ਗਿਆ। ਹੋਰ ਇਹਦੇ ਨਾਲ ਰਿਲੇਟ 2 ਮਿਸ਼ਨ ਹੈ, ਇੱਕ ਤਾਂ ਸਵਸਥ ਸਾਗਰ ਐਂਡ ਸਾਗਰ ਮਿੱਤਰਾ। ਇਹ ਦੋਨਾਂ ਨੂੰ ਵੀ ਇਸ ਸਕੀਮ ਦੇ ਅੰਡਰ ਲੈ ਕੇ ਆਏ ਹੈ। ਬੜਾ ਸਿੰਪਲੀ ਤੁਸੀਂ ਸਿਰਫ ਯਾਦ ਰੱਖਣਾ ਹੈ ਸਵਸਥ ਸਾਗਰ, ਤੁਹਾਨੂੰ ਜੋ ਨੇਮ ਹੀ ਪਤਾ ਲੱਗ ਰਿਹਾ ਹੈ। ਸਵਸਥ ਸਾਗਰ ਕੀ ਚੀਜ਼ ਹੈ? ਮੋਡਰਨਾਈਜ਼ਿੰਗ ਆਫ ਫਿਸ਼ਰੀ ਸੈਕਟਰ ਇਨਕਲੂਡਿੰਗ ਪ੍ਰਮੋਸ਼ਨ ਆਫ ਬਾਇਓ ਟਾਇਲਟਸ ਐਂਡ ਅਦਰ ਐਕਟੀਵਿਟੀਜ਼ ਲਾਈਕ ਸਮੁੰਦਰ ਨੂੰ ਸਵਸਥ ਰੱਖਣਾ,
ਐਂਡ ਸੈਕਿੰਡ ਹੈ ਸਾਗਰ ਮਿੱਤਰਾ। ਹੁਣ ਸਾਗਰ ਮਿੱਤਰਾ ਕੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੋ ਫਿਸ਼ਰੀ ਦੀ ਕੰਪਨੀਜ਼ ਹੈ, ਵੇਰੀਅਸ ਮਾਰਕੀਟਿੰਗ ਕੰਪਨੀਜ਼ ਜਾਂ ਫਿਸ਼ਰਮੈਨ ਹੈਗੇ ਆ, ਮਛੁਆਰੇ ਹੈ, ਉਹਨਾਂ ਦੀ ਹੈਲਪ ਕਰਨਾ, ਦੈਟ ਇਜ਼ ਸਾਗਰ ਮਿੱਤਰਾ। ਸੋ ਦਿਸ ਇਜ਼ ਆਲ ਅਬਾਊਟ PM ਮਤਸਯ ਸੰਪਦਾ ਯੋਜਨਾ। ਤੁਸੀਂ ਇਹਦੇ ਦੋ ਚੀਜ਼ਾਂ ਯਾਦ ਰੱਖਣੀਆਂ। ਪਹਿਲੀ ਚੀਜ਼ ਯਾਦ ਰੱਖਣੀ ਹੈ ਕਿ ਇਹ ਕਿਹੜੀ ਰੈਵੋਲੂਸ਼ਨ ਨਾਲ ਰਿਲੇਟਿਡ ਹੈ, ਦੈਟ ਇਜ਼ ਬਲੂ ਰੈਵੋਲੂਸ਼ਨ। ਸੈਕਿੰਡ ਜੋ ਹੈ ਇਹ ਮੇਨਲੀ ਬੈਂਕਿੰਗ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਕਿੰਨੇ ਕਰੋੜ ਦਾ ਇਹਦੇ ਦਾ ਬਜਟ ਹੈ, ਜਾਂ ਵੈਸੇ ਤੁਸੀਂ ਯਾਦ ਰੱਖ ਸਕਦੇ ਹੋ ਕਿ ਕਿੰਨਾ ਬਜਟ ਰੱਖਿਆ ਹੈ, 20,050 ਕਰੋੜ। ਲੇਕਿਨ ਹੁਣ ਆਪਾਂ ਇਹਦਾ ਸਟੈਟਿਕ ਟੋਪਿਕ ਅਗਰ ਆਪਾਂ ਕਰੀਏ, ਅਗਰ ਆਪਾਂ ਗੱਲ ਕੀਤੀ ਹੈ ਦੋਸਤੋ ਬਲੂ ਰੈਵੋਲੂਸ਼ਨ ਦੀ, ਤਾਂ ਹੋਰ ਤਰ੍ਹਾਂ ਦੇ ਰੈਵੋਲੂਸ਼ਨ ਵੀ ਹੁੰਦੇ ਹੋਣਗੇ, ਹੈ ਨਾ। ਸੋ ਡਿਫਰੈਂਟ ਰੈਵੋਲੂਸ਼ਨ, ਐਂਡ ਦਿਸ ਇਜ਼ ਸਪੈਸੀਫਿਕਲੀ ਫੋਰ ਪਟਵਾਰੀ ਐਗਜ਼ਾਮ। ਪਟਵਾਰੀ ਐਗਜ਼ਾਮ ਦੇ ਵਿੱਚ ਇੱਕ ਤਾਂ ਰੈਵੋਲੂਸ਼ਨ, ਇੱਕ ਲਾਸਟ ਲੈਕਚਰ ਦੇ ਵਿੱਚ ਆਪਾਂ ਕੀਤਾ ਸੀਗਾ ਡਿਫਰੈਂਟ ਟਾਈਪ ਆਫ ਸਟੱਡੀ ਲਾਈਕ ਸਿਲਵੀਕਲਚਰ, ਸੈਰੀਕਲਚਰ, ਤਾਂ ਉਹਨਾਂ ਚੋਂ ਇੱਕ ਕੁਐਸਚਨ 100% ਜੋ ਹੈ ਤੁਹਾਨੂੰ ਮਿਲਦਾ ਹੈ। ਸੋ ਡਿਫਰੈਂਟ ਟਾਈਪ ਆਫ ਰੈਵੋਲੂਸ਼ਨ ਵਾਲਾ ਕੁਐਸਚਨ ਤਾਂ ਹਰ ਸਟੈਟਿਕ ਜੀਕੇ ਦੇ ਟੌਪਿਕ 'ਚ ਆ ਜਾਂਦਾ ਹੈ। ਸੋ ਕਿਸ ਤਰ੍ਹਾਂ ਦੀ ਰੈਵੋਲੂਸ਼ਨ ਹੋ ਸਕਦੀ ਹੈ, ਹੁਣੇ ਆਪਾਂ ਡਿਸਕਸ ਕੀਤਾ ਬਲੂ ਰੈਵੋਲੂਸ਼ਨ ਇਜ਼ ਰਿਲੇਟਿਡ ਟੂ ਫਿਸ਼। ਹੋਰ ਕਿਹੜੀ ਹੋ ਸਕਦੀ ਹੈ, ਬਲੈਕ ਰੈਵੋਲੂਸ਼ਨ ਕਿਹਦੇ ਲਈ ਹੈ, ਪੈਟਰੋਲੀਅਮ। ਬਰਾਊਨ ਲੈਦਰ ਲਈ, ਕੋਕੋਆ ਲਈ। ਗੋਲਡਨ ਹੋਰਟੀਕਲਚਰ ਜੋ ਬਾਗਵਾਨੀ ਹੈ ਉਹਦੇ ਲਈ ਹੁੰਦਾ, ਗੋਲਡਨ ਰੈਵੋਲੂਸ਼ਨ ਟਰਮ ਯੂਜ਼ ਕੀਤੀ ਜਾਂਦੀ ਹੈ। ਇਹ ਰੈਵੋਲੂਸ਼ਨ ਦਾ ਕੀ ਮੀਨ ਤੁਹਾਨੂੰ ਪਤਾ ਹੈ, ਰੈਵੋਲੂਸ਼ਨ ਮੀਨਸ ਕ੍ਰਾਂਤੀ। ਕਿਸੇ ਚੀਜ਼ ਲਈ ਕਿਸੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਡਿਵੈਲਪਮੈਂਟ ਲੈ ਕੇ ਆਉਣਾ, ਉਹਨੂੰ ਰੈਵੋਲੂਸ਼ਨ ਕਿਹਾ ਜਾਂਦਾ ਹੈ। ਜਿਵੇਂ ਤੁਹਾਨੂੰ ਯਾਦ ਹੋਏਗਾ ਜਾਂ ਤੁਸੀਂ ਪੜ੍ਹਿਆ ਹੋਏਗਾ 1960s ਦੇ ਵਿੱਚ ਜਦੋਂ ਗ੍ਰੀਨ ਰੈਵੋਲੂਸ਼ਨ ਲੈ ਕੇ ਆਉਂਦਾ ਇੰਡੀਆ ਦੇ ਵਿੱਚ, ਜਦੋਂ ਆ ਵੇਰੀਅਸ ਜੋ ਹੈ ਫਰਟੀਲਾਈਜ਼ਰ ਵਗੈਰਾ, ਕੈਮੀਕਲ ਫਰਟੀਲਾਈਜ਼ਰ ਵਗੈਰਾ ਯੂਜ਼ ਕੀਤੇ ਗਏ, ਤਾਂ ਉਦੋਂ ਉਹ ਮੇਨਲੀ ਜੋ ਸੀ ਉਹ ਜੋ ਆਪਾਂ ਵੀਟ ਕਹਿ ਦਿੰਦੇ ਹਾਂ, ਵੀਟ ਰਾਈਸ, ਇਹਨਾਂ ਦੀ ਜੋ ਪ੍ਰੋਡਕਸ਼ਨ ਹੈ ਉਹਦੇ 'ਚ ਕ੍ਰਾਂਤੀ ਲੈ ਕੇ ਆਉਣ ਨੂੰ ਕੀਤਾ ਗਿਆ। ਐਸੇ ਤਰ੍ਹਾਂ ਵਰਗੀਸ ਕੁਰੀਅਨ ਦਾ ਤੁਸੀਂ ਨਾਮ ਸੁਣਿਆ ਹੋਏਗਾ, ਉਹਨਾਂ ਨੇ ਕਿਹਦੇ 'ਚ ਕ੍ਰਾਂਤੀ ਲੈ ਕੇ ਆਂਦੀ, ਵਾਈਟ ਰੈਵੋਲੂਸ਼ਨ, ਦੁੱਧ ਉਤਪਾਦਨ, ਜੋ ਦੁੱਧ ਉਤਪਾਦਨ ਹੁੰਦਾ ਹੈ, ਸੋ ਦੈਟ ਇਜ਼ ਵਾਈਟ ਰੈਵੋਲੂਸ਼ਨ। ਗ੍ਰੀਨ ਰੈਵੋਲੂਸ਼ਨ ਦੀ ਆਪਾਂ ਗੱਲ ਕੀਤੀ ਸੀ ਐਗਰੀਕਲਚਰ। ਗੋਲਡਨ ਰੈਵੋਲੂਸ਼ਨ ਦੀ ਗੱਲ ਕੀਤੀ ਹੋਰਟੀਕਲਚਰ, ਬਾਗਵਾਨੀ। ਗੋਲਡਨ ਫਾਈਬਰ ਦੀ ਗੱਲ ਕੀਤੀ, ਦੈਟ ਇਜ਼ ਜੂਟ ਪ੍ਰੋਡਕਸ਼ਨ, ਜੋ ਕਿ ਅਸਮ ਵਗੈਰਾ ਏਰੀਆ ਦੇ ਵਿੱਚ, ਨੌਰਥ ਈਸਟ ਏਰੀਆ ਦੇ ਵਿੱਚ, ਵੈਸਟ ਬੰਗਾਲ ਏਰੀਆ ਦੇ ਵਿੱਚ ਬਹੁਤ ਹੁੰਦਾ ਹੈ। ਗ੍ਰੇ ਰੈਵੋਲੂਸ਼ਨ, ਦੈਟ ਇਜ਼ ਫਰਟੀਲਾਈਜ਼ਰ। ਰਾਊਂਡ ਰੈਵੋਲੂਸ਼ਨ, ਪੋਟੈਟੋ। ਸਿਲਵਰ ਫਾਈਬਰ, ਦੈਟ ਇਜ਼ ਕੋਟਨ। ਦੈਨ ਯੈਲੋ ਇਜ਼ ਓਇਲ ਸੀਡ। ਸੋ ਦੀਜ਼ ਆਰ ਡਿਫਰੈਂਟ ਟਾਈਪ ਆਫ ਰੈਵੋਲੂਸ਼ਨ। ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ, ਐਂਡ ਇਹਨੂੰ ਜਿੱਥੇ ਵੀ ਤੁਸੀਂ ਨੋਟਸ ਬਣਾ ਰਹੇ ਹੋ ਉੱਥੇ ਪ੍ਰੋਪਰ ਲਿਖੋ। ਇੱਕ ਕੁਐਸਚਨ ਤੁਹਾਨੂੰ ਕਾਫੀ ਵਾਰੀ ਐਗਜ਼ਾਮ ਦੇ ਵਿੱਚ ਸਟੈਟਿਕ ਜੀਕੇ ਦੇ ਵਿੱਚ ਰੈਵੋਲੂਸ਼ਨ 'ਤੇ ਮਿਲ ਜਾਂਦਾ ਹੈ, ਐਂਡ ਸਪੈਸੀਫਿਕਲੀ ਉਦੋਂ ਜਦੋਂ ਪਿਛਲੇ 2-3 ਮਹੀਨੇ ਦੇ ਵਿੱਚ ਕੋਈ ਨਾ ਕੋਈ ਰੈਵੋਲੂਸ਼ਨ ਜੋ ਹੈ ਉਹ ਨਿਊਜ਼ ਦੇ ਵਿੱਚ ਹੋਵੇ। ਸੋ ਨੈਕਸਟ ਆਪਾਂ ਚੱਲਦੇ ਹਾਂ। ਨੈਕਸਟ ਟੋਪਿਕ ਇਜ਼ ਸੋਕਰ ਲੀਗਸ। ਸੋਕਰ ਮੀਨਸ ਫੁੱਟਬਾਲ ਦੀ ਲੀਗ। ਇਹ ਕਿਉਂ ਇੰਪੋਰਟੈਂਟ ਰਹੀ, ਕਿਉਂ ਆਪਾਂ ਨੂੰ ਆਹ ਟੋਪਿਕ ਆਪਾਂ ਲਿੱਤਾ, ਬਿਕੋਜ਼ ਦੀ ਨਿਊਜ਼ ਵਾਜ਼ ਬੁੰਡੇਸਲੀਗਾ ਟੂ ਰਿਟਰਨ ਫਰੋਮ ਕਰੋਨਾ ਵਾਇਰਸ ਪੋਜ਼। ਤੁਹਾਨੂੰ ਪਤਾ ਹੈ ਕਾਫੀ ਕੀ ਹਰ ਚੀਜ਼ ਜੋ ਹੈ ਉਹ ਪੋਜ਼ ਕੀਤੀ ਜਾ ਚੁੱਕੀ ਹੈ ਇਹਨਾਂ ਦਿਨਾਂ ਦੇ ਵਿੱਚ ਡਿਊ ਟੂ ਕਰੋਨਾ ਵਾਇਰਸ। ਠੀਕ ਹੈ, ਹਰ ਸਪੋਰਟਿੰਗ ਇਵੈਂਟ, ਹਰ ਕਾਨਫਰੰਸ, ਹਰ ਪ੍ਰੋਗਰਾਮ, ਈਵਨ ਸ਼ਾਦੀ ਵਿਆਹ ਦੇ ਪ੍ਰੋਗਰਾਮ ਵੀ ਜੋ ਹੈ ਟਾਲੇ ਜਾ ਰਹੇ ਹੈ ਜਾਂ ਸਿੰਪਲ ਤਰੀਕੇ ਨਾਲ ਕੀਤੇ ਜਾ ਰਹੇ ਹੈ। ਸੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਸਾਰੇ ਸਪੋਰਟਿੰਗ ਇਵੈਂਟ ਬੰਦ ਹੋ ਗਏ, ਇੱਕ ਇਵੈਂਟ ਹੈ ਜੋ ਹੈ ਹੈਪਨ ਕਰਵਾਇਆ ਗਿਆ, ਜਿਹਨੂੰ ਪਹਿਲਾਂ ਰੋਕਿਆ ਗਿਆ ਸੀਗਾ, ਉਸ ਤੋਂ ਬਾਅਦ ਉਹਨੂੰ ਮਈ ਦੇ ਦੌਰਾਨ ਹੀ ਉਹਨੂੰ ਸਟਾਰਟ ਕਰਾਇਆ ਗਿਆ, ਦੈਟ ਇਜ਼ ਦੀ ਬੁੰਦੇਸਲੀਗਾ ਸਪੋਰਟਿੰਗ ਇਵੈਂਟ। ਬੁੰਦੇਸਲੀਗਾ ਕੀ ਚੀਜ਼ ਹੈ, ਇੱਕ ਸੋਕਰ ਲੀਗ ਹੈ। ਕਿਹੜੀ ਕੰਟਰੀ ਦੀ, ਜਰਮਨੀ ਦੀ। ਆ ਲਿਖਿਆ ਹੋਇਆ ਜਰਮਨੀ ਦੀ, ਐਂਡ ਇਹਦੀਆਂ ਕਿੰਨੀਆਂ ਨੰਬਰ ਆਫ ਟੀਮਸ ਹੈ, 18। ਦਿਸ ਇਜ਼ ਜਸਟ ਲਾਈਕ ਤੁਸੀਂ ਕ੍ਰਿਕਟ, ਜੋ ਲੋਕ ਸੋਕਰ ਦੇਖਦੇ ਆ ਉਹਨਾਂ ਨੂੰ ਤਾਂ ਚੰਗੀ ਤਰ੍ਹਾਂ ਪਤਾ ਹੈ, ਉਹ ਬੜੇ ਫੈਨ ਹੋਣਗੇ ਉਹ ਡਿਫਰੈਂਟ ਲੀਗਸ ਦੇ। ਲੇਕਿਨ ਅਗਰ ਤੁਸੀਂ ਸੋਕਰ ਨਾ ਦੇਖ ਕੇ ਕ੍ਰਿਕਟ ਦੇਖਦੇ ਹੋ, ਤਾਂ ਜਿਸ ਤਰ੍ਹਾਂ ਕ੍ਰਿਕਟ ਦੇ ਵਿੱਚ ਹੈ ਨਾ IPL ਹੁੰਦੀ ਹੈ, ਹੋਰ ਜਿਹੜੇ ਦੇਸ਼ ਹੈ ਬੰਗਲਾਦੇਸ਼ ਪ੍ਰੀਮੀਅਰ ਲੀਗ ਇਸ ਤਰ੍ਹਾਂ ਕਰਾਉਂਦੇ ਹੈ, ਕੈਰੀਬੀਅਨ ਪ੍ਰੀਮੀਅਰ ਲੀਗ ਕਰਾਉਂਦੇ ਹੈ, ਪਾਕਿਸਤਾਨ ਸੁਪਰ ਲੀਗ ਹੁੰਦੀ ਹੈ, UAE ਦੀ T10 ਲੀਗ ਹੁੰਦੀ ਹੈ, ਤਾਂ ਇਸੇ ਤਰ੍ਹਾਂ ਸੋਕਰ ਦੇ ਵਿੱਚ ਵੀ ਡਿਫਰੈਂਟ ਲੀਗਸ ਹੁੰਦੀਆਂ, ਡਿਫਰੈਂਟ ਨੇਸ਼ਨ ਜੋ ਹੈ ਉਹ ਆਪ ਦੀ ਡਿਫਰੈਂਟ ਲੀਗਸ ਕਰਾਉਂਦੇ ਹੈ, ਜਿਨ੍ਹਾਂ 'ਚ ਇੱਕ ਮਿਕਸ ਟੀਮਾਂ ਹੁੰਦੀਆਂ ਜਸਟ ਲਾਈਕ IPL, ਤਾਂ ਉਹ ਚੀਜ਼ ਕਰਵਾਈ ਜਾਂਦੀ ਹੈ। ਸੋ ਸੋਕਰ ਦੇ ਵਿੱਚ ਤਾਂ ਜੋ ਲੀਗਸ ਹੈ ਇਹ ਈਵਨ ਜੋ ਮੇਨ ਸਪੋਰਟਿੰਗ ਇਵੈਂਟ ਹੈ ਨਾ ਸੋਕਰ ਦਾ, ਉਸ ਨਾਲੋਂ ਵੀ ਜ਼ਿਆਦਾ ਫੇਮਸ ਹੁੰਦੀਆਂ। ਜਿਸ ਤਰ੍ਹਾਂ ਵੈਸੇ ਵੀ ਕ੍ਰਿਕਟ ਦੇ ਵਿੱਚ ਵੀ ਵਰਲਡ ਕੱਪ ਜਾਂ ਦੂਸਰੀਆਂ ਸੀਰੀਜ਼ ਨਾਲੋਂ IPL ਦੀਆਂ ਬਹੁਤ ਫੈਨ ਫੋਲੋਇੰਗ ਹੈ, ਉਸੇ ਤਰ੍ਹਾਂ ਇਹ ਯਾਨੀ ਕਿ ਤੁਸੀਂ ਇਹ ਲਗਾ ਲਓ ਕਿ ਸੋਕਰ ਦਾ ਇਹ IPL ਹੁੰਦਾ ਹੈ, ਡਿਫਰੈਂਟ ਲੀਗਸ।
ਸੋ ਇਸ ਬਾਰੇ ਅਗਰ ਆਪਾਂ ਗੱਲ ਕਰੀਏ, ਨਿਊਜ਼ ਆਪਾਂ ਛੋਟੀ ਜਿਹੀ ਲਈ ਕਿ ਬੁੰਦੇਸਲੀਗਾ ਲੀਗ ਚਲਾਈ ਗਈ ਹੈ, ਇਹ ਤਾਂ ਤੁਸੀਂ ਕਰੰਟ ਅਫੇਅਰ 'ਚ ਵਨ ਲਾਈਨਾਂ 'ਚ ਪੜ੍ਹ ਹੀ ਸਕਦੇ ਹੋ। ਆਪਣਾ ਟੌਪਿਕ ਕੀ ਰਹੇਗਾ? ਆਪਣਾ ਟੌਪਿਕ ਰਹੇਗਾ ਕਿ ਅਗਰ ਮੈਂ ਗੱਲ ਕੀਤੀ ਕਿ ਡਿਫਰੈਂਟ ਲੀਗਸ ਹੁੰਦੀਆਂ ਤਾਂ ਉਹ ਕਿਹੜੀਆਂ ਹੁੰਦੀਆਂ। ਸੋ ਇੰਪੋਰਟੈਂਟ ਮੈਂ ਇੱਥੇ ਲੈ ਕੇ ਆਇਆ ਇੰਪੋਰਟੈਂਟ ਸੋਕਰ ਲੀਗਸ ਆਫ ਦੀ ਵਰਲਡ। ਇੰਪੋਰਟੈਂਟ ਕੀ ਮੇਨਲੀ ਆਹੀ ਪੁੱਛੀਆਂ ਜਾਂਦੀਆਂ। ਇਟ ਇਜ਼ ਲਾ ਲੀਗਾ ਇਜ਼ ਆਫ ਸਪੇਨ। ਯੂਰੋਪੀਅਨ ਫੁੱਟਬਾਲ ਲੀਗ ਕਿੱਥੇ ਹੁੰਦੀ ਹੈ? ਯੂਕੇ ਮੀਨਸ ਯੂਨਾਈਟਿਡ ਕਿੰਗਡਮ। ਦੈਨ ਲੀਗ 1 ਕਿੱਥੋਂ ਦੀ ਹੈ? ਫਰਾਂਸ। ਸੀਰੀਆ ਏ ਜਾਂ ਸੀਰੀਆ ਕਹਿ ਦਿੰਦੇ ਆ ਇਟਲੀ, ਇਹ ਬੜਾ ਇੰਪੋਰਟੈਂਟ ਹੋ ਜਾਂਦਾ ਹੈ ਕਿਉਂਕਿ ਇਟਲੀ ਵੀ ਬੜਾ ਇੰਪੋਰਟੈਂਟ ਚੱਲ ਰਿਹਾ ਡਿਊ ਟੂ ਕਰੋਨਾ ਵਾਇਰਸ ਵਗੈਰਾ। ਸੋ ਇਟਲੀ ਦੀ ਜੋ ਸੋਕਰ ਲੀਗ ਹੈ ਉਹਨੂੰ ਕੀ ਕਿਹਾ ਜਾਂਦਾ ਹੈ? ਸੀਰੀਆ। ਸੋ ਕੀ ਇੰਡੀਆ ਦੇ ਵਿੱਚ ਵੀ ਹੁੰਦੀਆਂ? ਯੈਸ, ਇੰਡੀਆ ਵੀ ਆਪਦੇ ਰੈਂਕ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇੰਡੀਆ ਦਾ ਜੋ ਸੋਕਰ ਦੇ ਵਿੱਚ ਰੈਂਕ ਹੈ ਉਹ ਕਦੇ 103, 101, 99 ਇਸ ਤਰ੍ਹਾਂ ਆਉਂਦਾ ਰਹਿੰਦਾ ਹੈ। ਸੋ ਇੰਡੀਆ ਵੀ ਆਪਦੇ ਸੋਕਰ ਦੇ ਰੈਂਕ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਦੇ ਲਈ ਇੰਡੀਆ ਨੇ ਵੀ ਸੋਕਰ ਦੀਆਂ 2 ਲੀਗਸ ਚਲਾਈਆਂ ਹੋਈਆਂ। ਇੱਕ ਹੈ ISL ਦੈਟ ਇਜ਼ ਇੰਡੀਅਨ ਸੁਪਰ ਲੀਗ, ਦੂਸਰੀ ਹੈ ਆਈ ਲੀਗ ਜਿਹਨੂੰ ਹੀਰੋ ਆਈ ਲੀਗ ਦਾ ਨਾਮ ਦਿੱਤਾ ਜਾਂਦਾ ਹੈ। ਸੋ ਥੀਜ਼ ਆਰ ਇੰਪੋਰਟੈਂਟ ਸੋਕਰ ਲੀਗਸ ਆਫ ਦੀ ਵਰਲਡ। ਸੋ ਨੈਕਸਟ ਟੌਪਿਕ ਦੀ ਗੱਲ ਕਰੀਏ, ਸੋਕਰ ਦੀ ਤਰ੍ਹਾਂ ਨੈਕਸਟ ਆਪਾਂ ਲਿੱਤਾ ਹੈ ਟੈਨਿਸ ਸਟਾਰ। ਸੋ ਟੈਨਿਸ ਕਿਉਂ ਇੰਪੋਰਟੈਂਟ ਰਿਹਾ? ਸੋਕਰ ਤਾਂ ਚਲੋ ਤਾਂ ਇੰਪੋਰਟੈਂਟ ਰਿਹਾ ਕਿ ਇੱਕ ਜਰਮਨੀ ਦੇ ਵਿੱਚ ਇੱਕ ਲੀਗ ਕਰਵਾਈ ਜਾ ਰਹੀ ਹੈ, ਬਟ ਵਾਈ ਟੈਨਿਸ ਇਜ਼ ਇੰਪੋਰਟੈਂਟ? ਇੱਕ ਨਿਊਜ਼ ਆਈ ਬੜੀ ਹੀ ਇੰਪੋਰਟੈਂਟ ਨਿਊਜ਼ ਜੋ ਕਿ ਇਸ ਵੀਕ ਦੀ ਨਿਊਜ਼ ਸੀ ਨੋਆਮੀ ਓਸਾਕਾ ਬਾਰੇ। ਸ਼ੀ ਇਜ਼ ਨੋਆਮੀ ਓਸਾਕਾ ਦੀ ਹਾਈਐਸਟ ਪੇਡ ਫੀਮੇਲ ਐਥਲੀਟ। ਸੋ ਕਿੰਨਾ ਨੇ ਕਿਹਾ ਹੈ? ਫੋਰਬਸ ਨੇ ਅਨਾਊਂਸ ਕੀਤਾ ਕਿ ਜੋ ਹਾਈਐਸਟ ਪੇਡ ਫੀਮੇਲ ਐਥਲੀਟ ਹੈ ਉਹ 2019 ਦੀ ਕੌਣ ਰਹੀ? ਨੋਆਮੀ ਓਸਾਕਾ। ਕਿਉਂ ਇੰਪੋਰਟੈਂਟ ਰਿਹਾ? ਬਿਕੋਜ਼ 10 ਤੋਂ 11 ਸਾਲਾਂ ਤੱਕ ਸਿਰੇਨਾ ਵਿਲੀਅਮਸ ਹੀ ਹਰ ਸਾਲ ਇਸ ਪੋਜੀਸ਼ਨ 'ਤੇ ਆ ਰਹੇ ਸੀ, ਲੇਕਿਨ ਇਸ ਵਾਰੀ ਸਿਰਫ 22 ਈਅਰਸ ਦੀ ਇਹ ਲੜਕੀ ਨੇ ਜੋ ਕਿ ਜਾਪਾਨ ਤੋਂ ਹੈ, ਜਾਪਾਨ ਦੀ ਨੋਆਮੀ ਓਸਾਕਾ, ਕਿਹੜੀ ਗੇਮ ਨਾਲ ਰਿਲੇਟ ਕਰਦੀ ਹੈ? ਲੌਨ ਟੈਨਿਸ ਦੇ ਨਾਲ। ਇਨਕਮ ਕਿੰਨੀ ਰਹੀ? 37 ਮਿਲੀਅਨ। ਸੋ ਇਹਨਾਂ ਨੇ ਉਹਨਾਂ ਨੂੰ ਪਛਾੜ ਕੇ ਜੋ ਹੈ ਸਿਰੇਨਾ ਵਿਲੀਅਮਸ ਨੂੰ, ਸ਼ੀ ਇਜ਼ ਦੀ ਹਾਈਐਸਟ ਪੇਡ ਫੀਮੇਲ ਐਥਲੀਟ ਆਫ ਦੀ ਈਅਰ। ਨਾਮ ਯਾਦ ਰੱਖਣਾ ਹੈ ਨੋਆਮੀ ਓਸਾਕਾ। ਇਹ ਤਾਂ ਗੱਲ ਹੋਈ ਕਰੰਟ ਅਫੇਅਰ ਦੀ। ਹੁਣ ਆਪਾਂ ਗੱਲ ਕਰੀਏ ਇਸ ਨਾਲ ਰਿਲੇਟ ਕਰਦੀ ਹੋਈ ਸਟੈਟਿਕ ਜੀਕੇ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਟੈਨਿਸ ਦੀ ਜੋ ਇੰਟਰਨੈਸ਼ਨਲ ਬੋਡੀ ਹੈ ਉਹ ਕੀ ਹੈ? ਉਹ ਹੈ ITF, ਇੰਟਰਨੈਸ਼ਨਲ ਟੈਨਿਸ ਫੈਡਰੇਸ਼ਨ। ਆ ਇਹਦਾ ਲੋਗੋ ਹੈ ਇੰਟਰਨੈਸ਼ਨਲ ਟੈਨਿਸ ਫੈਡਰੇਸ਼ਨ। ਕਦੋਂ ਬਣੀ? 1 ਮਾਰਚ 1913। ਹੈੱਡਕੁਆਟਰ ਲੰਡਨ ਦੇ ਵਿੱਚ ਹੈ ਐਂਡ ਜੋ ਕਰੰਟ ਪ੍ਰੈਜ਼ੀਡੈਂਟ ਹੈ ਉਹਨੇ ਡੇਵਿਡ ਹਗਰਟੀ। ਸੋ ਇਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇੰਟਰਨੈਸ਼ਨਲ ਟੈਨਿਸ ਫੈਡਰੇਸ਼ਨ। ਹੁਣ ਅਗਰ ਆਪਾਂ ਟੈਨਿਸ ਦੀ ਗੱਲ ਕਰੀਏ, ਸੋ ਨੰਬਰ ਆਫ ਪਲੇਅਰ ਤਾਂ ਤੁਹਾਨੂੰ ਪਤਾ ਹੀ ਹੈ, 1 ਜਾਂ 2 ਹੋ ਸਕਦੇ ਹੈ, ਸਿੰਗਲ ਗੇਮ ਲੱਗਦੀ ਹੈ ਜਾਂ ਡਬਲ ਗੇਮ ਲੱਗਦੀ ਹੈ, ਮਿਕਸ ਵੀ ਲੱਗਦਾ ਕਈ ਵਾਰੀ ਮੇਲ ਫੀਮੇਲ ਦਾ ਇਕੱਠਾ। ਬਟ ਟੈਨਿਸ ਦੀ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਗ੍ਰੈਂਡ ਸਲੈਮ ਦੀ। ਟੈਨਿਸ ਬਾਰੇ ਤੁਸੀਂ ਯਾਦ ਰੱਖਣਾ ਹੈ ਜਿਵੇਂ ਕ੍ਰਿਕਟ, ਹਾਕੀ ਦੇ ਵਿੱਚ ਵਰਲਡ ਕੱਪ, ਓਲੰਪਿਕ ਗੇਮਸ ਹੁੰਦੇ ਆ ਨਾ, ਟੈਨਿਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਗ੍ਰੈਂਡ ਸਲੈਮ। ਗ੍ਰੈਂਡ ਸਲੈਮ ਕੀ ਚੀਜ਼ ਹੈ? ਇਹ ਟੈਨਿਸ ਦੇ ਬੜੇ ਪੁਰਾਣੇ ਕੱਪ, ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ, ਟਰੋਫੀਜ਼ ਹੈਗੀਆਂ ਜੋ ਇੱਕ ਸਾਲ ਦੇ ਵਿੱਚ ਹਰ ਸਾਲ 4 ਗ੍ਰੈਂਡ ਸਲੈਮ ਹੁੰਦੇ ਹੈ ਐਂਡ ਕੋਈ ਵੀ ਪਲੇਅਰ ਉਸ ਦਾ ਵਿਨਰ ਹੈ ਟੈਨਿਸ ਦਾ ਜਾਂ ਕੀ ਰੈਂਕਿੰਗ ਹੈ, ਇਟ ਆਲ ਡਿਪੈਂਡਸ ਔਨ ਦੀ ਪਰਫੋਰਮੈਂਸ ਆਫ ਹਿਜ਼ ਔਰ ਹਰ ਇਨ ਦੀ ਗ੍ਰੈਂਡ ਸਲੈਮ। ਸੋ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਟੈਨਿਸ ਦੇ ਗ੍ਰੈਂਡ ਸਲੈਮ 4 ਹੁੰਦੇ ਹੈ ਐਂਡ ਉਹ 4 ਕਿਹੜੇ ਗ੍ਰੈਂਡ ਸਲੈਮ ਹੈ ਉਹਦੀ ਇੱਕ ਡਿਟੇਲ ਤੁਹਾਡੇ ਸਾਹਮਣੇ ਹੈ ਸਕਰੀਨ ਦੇ। ਸੋ ਮੈਂ ਤੁਹਾਨੂੰ ਦੱਸੂਗਾ ਵੀ ਕਿ ਕੁਐਸਚਨ ਕਿੱਦਾਂ ਦਾ ਬਣਦਾ ਹੈ। ਸੋ ਫਸਟ ਗ੍ਰੈਂਡ ਸਲੈਮ, ਇਹਨੂੰ ਮੈਂ ਅਲਫਾਬੈਟਿਕਲੀ ਲਿਖਿਆ ਆਸਟ੍ਰੇਲੀਅਨ ਓਪਨ, ਅਲਫਾਬੈਟਿਕਲੀ ਵੀ ਹੈ ਪਲੱਸ ਇਹ ਨਾਲ ਕਿਸ ਤਰ੍ਹਾਂ ਈਅਰ ਦੇ ਵਿੱਚ ਇਵੈਂਟ ਹੁੰਦੇ ਆ ਉਸ ਤਰ੍ਹਾਂ ਹੈ ਇਹ। ਫਸਟ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ। ਕਦੋਂ ਤੋਂ ਸਟਾਰਟ ਹੋਇਆ? 1905 ਤੋਂ। ਕਦੋਂ ਹੁੰਦਾ ਹੈ? ਇਹ ਜਨਵਰੀ ਫਰਵਰੀ ਦੇ ਵਿੱਚ ਹੀ ਹੋ ਜਾਂਦਾ, ਸਟਾਰਟਿੰਗ 'ਤੇ ਹੁੰਦਾ ਹੈ ਐਵਰੀ ਈਅਰ। ਐਂਡ ਕਿਹੜੇ ਕੋਰਟ 'ਤੇ ਹੁੰਦਾ ਹੈ? ਕੋਰਟ ਸਮਝਦੇ ਹੋ? ਜਿਵੇਂ ਕ੍ਰਿਕਟ ਵਿੱਚ ਪਿੱਚ ਹੁੰਦੀ ਹੈ, ਗਰਾਊਂਡ ਹੁੰਦਾ ਹੈ, ਟੈਨਿਸ ਜਿਹੜੀ ਜਗ੍ਹਾ 'ਤੇ ਖੇਲਿਆ ਜਾਂਦਾ ਉਹਨੂੰ ਕਿਹਾ ਜਾਂਦਾ ਕੋਰਟ। ਇਹ ਵੀ ਇੱਕ ਕੁਐਸਚਨ ਹੈ। ਐਂਡ ਕੋਰਟ ਜੋ ਹੈ ਉਹ 3 ਤਰ੍ਹਾਂ ਦੇ ਕੋਰਟ ਹੁੰਦੇ ਆ ਟੈਨਿਸ ਦੇ ਵਿੱਚ। ਇੱਕ ਹੁੰਦਾ ਹਾਰਡ ਕੋਰਟ, ਇੱਕ ਹੁੰਦਾ ਕਲੇ ਕੋਰਟ ਐਂਡ ਇੱਕ ਹੁੰਦਾ ਗਰਾਸ ਕੋਰਟ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਗ੍ਰੈਂਡ ਸਲੈਮ ਕਿਹੜੇ ਕੋਰਟ 'ਤੇ ਖੇਲਿਆ ਜਾਂਦਾ ਹੈ। ਕੁਝ ਮੇਰੇ ਭਾਈ ਬੰਧੂ ਇਹ ਕਹਿ ਸਕਦੇ ਆ ਕਿ ਸਰ ਇੰਨੀ ਡਿਟੇਲ ਨਹੀਂ ਪੁੱਛੀ ਜਾਂਦੀ, ਉਹਨਾਂ ਲਈ ਮੈਂ ਦੱਸਣਾ ਚਾਹੂੰਗਾ 2 ਸਾਲ ਪਹਿਲਾਂ PSSB, ਪਟਵਾਰੀ ਦਾ ਐਗਜ਼ਾਮ ਵੀ PSSB ਨੇ ਲੈਣਾ ਹੈ। PSSB ਦਾ ਐਗਜ਼ਾਮ ਹੋਇਆ ਇਲੈਕਸ਼ਨ ਕਾਨੂੰਗੋ ਦਾ। ਇਲੈਕਸ਼ਨ ਕਾਨੂੰਗੋ ਦੇ ਵਿੱਚ ਇੱਕ ਕੁਐਸਚਨ ਆਇਆ ਕਿ ਵਿਚ ਆਫ ਦੀ ਫੋਲੋਇੰਗ ਗ੍ਰੈਂਡ ਸਲੈਮ
ਇਜ਼ ਪਲੇਡ ਔਨ ਕਲੇ ਕੋਰਟ ਤੇ ਕਿਹੜਾ ਜੋ ਇਹਨਾਂ ਚੋਂ ਚਾਰਾਂ ਚੋਂ ਗ੍ਰੈਂਡ ਸਲੈਮ ਹੈ ਉਹ ਖੇਲਿਆ ਜਾਂਦਾ ਹੈ। ਸੋ ਜਦੋਂ ਆਪਾਂ ਨੂੰ ਕੰਪਲੀਟ ਪਤਾ ਹੋਏਗਾ ਤਾਂ ਹੀ ਆਪਾਂ ਕੁਐਸਚਨ ਦਾ ਜਵਾਬ ਦੇ ਸਕਦੇ ਹਾਂ। ਸੋ ਨੈਕਸਟ ਇਜ਼ ਫ੍ਰੈਂਚ ਓਪਨ ਕਦੋਂ ਸ਼ੁਰੂ ਹੋਇਆ 1891 ਹਰ ਸਾਲ ਮਈ ਜੂਨ ਦੇ ਵਿੱਚ ਹੁੰਦਾ ਹੈ ਤੇ ਕਲੇ ਕੋਰਟ ਤੇ ਹੁੰਦਾ ਹੈ। ਕਲੇ ਕੋਰਟ ਤੁਸੀਂ ਦੇਖ ਸਕਦੇ ਹੋ ਗੂਗਲ ਤੇ ਇਹਦੀ ਇਮੇजेस ਦੇਖਣਾ ਜੋ ਯੈਲੋ ਜਿਹੇ ਕਲਰ ਦਾ ਸੋਰਾ ਕਲੇ ਨਾਲ ਬਣਿਆ ਹੋਇਆ ਹੁੰਦਾ ਹੈ ਕਲੇ ਕੋਰਟ। ਦੈਨ ਵਿੰਬਲਡਨ ਓਪਨ ਵੈਰੀ ਇੰਪੋਰਟੈਂਟ ਕਿਉਂਕਿ ਇਹ ਐਗਜ਼ਾਮੀਨਰ ਦਾ ਫੇਵਰੇਟ ਕੁਐਸਚਨ ਰਹਿੰਦਾ ਹੈ ਕਿ ਸਭ ਤੋਂ ਓਲਡੈਸਟ ਗ੍ਰੈਂਡ ਸਲੈਮ ਕਿਹੜਾ ਹੈ। ਓਲਡੈਸਟ ਗ੍ਰੈਂਡ ਸਲੈਮ ਹੈ ਵਿੰਬਲਡਨ ਓਪਨ। ਸੋ ਇਹ ਕਦੋਂ ਹੁੰਦਾ ਹੈ ਜੂਨ ਜੁਲਾਈ ਐਵਰੀ ਈਅਰ। ਕਿਹੜੇ ਕੋਰਟ ਤੇ ਹੁੰਦਾ ਹੈ ਗ੍ਰਾਸ ਕੋਰਟ ਤੇ ਹੁੰਦਾ ਹੈ। ਦੈਨ ਹੁੰਦਾ ਯੂਐਸ ਓਪਨ 1881 ਤੋਂ ਸਟਾਰਟ ਹੋਇਆ ਅਗਸਤ ਸਤੰਬਰ ਐਵਰੀ ਈਅਰ ਇਹ ਹੁੰਦਾ ਹੈ ਐਂਡ ਇਹ ਕਿਹੜੇ ਕੋਰਟ ਤੇ ਹੁੰਦਾ ਹੈ ਹਾਰਡ ਕੋਰਟ ਤੇ। ਸੋ ਤੁਸੀਂ ਯਾਦ ਰੱਖਣਾ ਹੈ ਆਸਟ੍ਰੇਲੀਅਨ ਐਂਡ ਯੂਐਸ ਇਹ ਦੋਨੋਂ ਹਾਰਡ ਕੋਰਟ ਤੇ ਹੁੰਦੇ ਹੈ। ਐਂਡ ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਜੋ ਫ੍ਰੈਂਚ ਓਪਨ ਹੈ ਫ੍ਰੈਂਚ ਓਪਨ ਨੂੰ ਇੱਕ ਹੋਰ ਨਾਮ ਦਿੱਤਾ ਜਾਂਦਾ ਹੈ ਉਹ ਹੈ ਰੋਲੈਂਡ ਗਰੋਸ ਦਾ RG। ਤੁਸੀਂ ਯਾਦ ਰੱਖਣਾ ਹੈ ਰੋਲੈਂਡ ਗਰੋਸ RG ਕਿਹਾ ਜਾਂਦਾ ਇਹਨੂੰ ਫ੍ਰੈਂਚ ਓਪਨ ਨੂੰ। ਐਂਡ ਇਹ ਇੱਕੋ ਇੱਕ ਗ੍ਰੈਂਡ ਸਲੈਮ ਹੈ ਜੋ ਕਲੇ ਕੋਰਟ ਤੇ ਖੇਲਿਆ ਜਾਂਦਾ ਹੈ। ਐਂਡ ਵਿੰਬਲਡਨ ਓਪਨ ਸਭ ਤੋਂ ਪੁਰਾਣਾ ਇਵੈਂਟ ਤੁਸੀਂ ਥੋੜ੍ਹਾ ਐਂ ਯਾਦ ਰੱਖ ਸਕਦੇ ਹੋ ਕਿ ਬਹੁਤ ਪੁਰਾਣਾ ਇਵੈਂਟ ਹੈ। ਸੋ ਉਸ ਟਾਈਮ 'ਤੇ ਹੋਰ ਕੋਈ ਕੋਰਟ ਨਹੀਂ ਬਣਦਾ ਸੀ ਤਾਂ ਗ੍ਰਾਸ ਕੋਰਟ 'ਤੇ ਖੇਲਿਆ ਜਾਂਦਾ ਸੀ। ਹੁਣ ਸਭ ਤੋਂ ਇੰਪੋਰਟੈਂਟ ਚੀਜ਼ ਇੱਕ ਚੀਜ਼ ਹੋਰ ਦੇਖੋ ਅਗਰ ਆਪਾਂ ਗ੍ਰੈਂਡ ਸਲੈਮ ਦੀ ਗੱਲ ਕਰ ਰਹੇ ਹਾਂ ਤਾਂ ਗ੍ਰੈਂਡ ਸਲੈਮ ਇਸ ਟਾਈਮ ਮੇਨ ਪਲੇਅਰ ਕਿਹੜੇ ਹੈ ਮੋਸਟ ਨੰਬਰ ਆਫ ਟਾਈਮਸ ਵਿਨਰ ਆਫ ਗ੍ਰੈਂਡ ਸਲੈਮ ਤਾਂ ਉਹ ਵੀ ਤੁਹਾਡੇ ਸਾਹਮਣੇ ਹੈ। ਅਗਰ ਆਪਾਂ ਮੈਨ ਕੈਟੇਗਰੀ ਦੀ ਗੱਲ ਕਰੀਏ ਤਾਂ ਉਹ ਨੇ ਰੋਜਰ ਫੈਡਰਰ ਕਿਹੜੀ ਕੰਟਰੀ ਤੋਂ ਨੇ ਸਵਿਟਜ਼ਰਲੈਂਡ ਤੋਂ। ਐਂਡ ਕਿੰਨੇ ਇਵੈਂਟ ਹੁਣ ਤੱਕ ਇਹਨਾਂ ਨੇ ਜਿੱਤੇ ਹੈ 20 ਇਹ ਇਸ ਟਾਈਮ ਵੀ ਹਜੇ ਖੇਲ ਰਹੇ ਹੈ। ਵੂਮੈਨ ਕੈਟੇਗਰੀ ਦੀ ਗੱਲ ਕਰੀਏ ਤਾਂ ਉਹ ਹੈਗੇ ਹੈ ਮਾਰਗਰੇਟ ਸਮਿਥ ਕੋਰਟ ਇਹਨਾਂ ਦਾ ਨਾਮ ਹੈ ਮਾਰਗਰੇਟ MSC ਕਹਿੰਦੇ ਹੈ ਮਾਰਗਰੇਟ ਸਮਿਥ ਕੋਰਟ। ਇਹਨਾਂ ਨੇ 24 ਜੋ ਇਵੈਂਟ ਹੈ ਜੋ ਗ੍ਰੈਂਡ ਸਲੈਮ ਇਵੈਂਟ ਹੈ ਉਹ ਜਿੱਤੇ ਹੈ ਬਟ ਇਸ ਟਾਈਮ ਇਹ ਖੇਲ ਨਹੀਂ ਰਹੇ। ਇਸ ਟਾਈਮ ਖੇਲ ਰਹੀ ਹੈ ਸੇਰੇਨਾ ਵਿਲੀਅਮਸ ਜਿਨ੍ਹਾਂ ਨੇ 23 ਗ੍ਰੈਂਡ ਸਲੈਮ ਉਹ ਜਿੱਤ ਚੁੱਕੇ ਹੈ। 23 ਗ੍ਰੈਂਡ ਸਲੈਮ ਸੇਰੇਨਾ ਵਿਲੀਅਮਸ ਜਿਹੜੇ ਕਿ ਲਾਸਟ 1 ਜਾਂ 1.5 ਸਾਲ ਤੋਂ ਇਹ ਥੋੜ੍ਹਾ ਬ੍ਰੇਕ 'ਤੇ ਵੀ ਰਹੇ ਮੈਟਰਨਿਟੀ ਬ੍ਰੇਕ 'ਤੇ ਰਹੇ ਇਹ। ਦੈਨ ਹੁਣ ਇਹਨਾਂ ਕੋਲੋਂ 23 ਜੋ ਹੈ ਉਹ ਹੈ ਸਿਰਫ ਇੱਕ ਪਿੱਛੇ ਹੈ ਇਹ ਮੈਕਸੀਮਮ ਜੋ ਗ੍ਰੈਂਡ ਸਲੈਮ ਜਿੱਤਣ ਤੋਂ ਬਾਏ ਇਹ ਵਿਮਨ ਪਲੇਅਰ। ਸੋ ਦੋਸਤੋ ਤੁਹਾਡੇ ਸਾਹਮਣੇ ਹੈ ਇੱਕ ਡਿਟੇਲ। ਸੋ ਮੈਂ ਇਹਨਾਂ ਕਹਿਣਾ ਚਾਹੂੰਗਾ ਕਿ ਹੁਣ ਐਕਸਕਿਊਜ਼ ਨਹੀਂ ਚੱਲੇਗਾ ਕਿ ਸਾਨੂੰ ਆਹ ਡਿਟੇਲ ਨਹੀਂ ਮਿਲੀ ਜਾਂ ਐਗਜ਼ਾਮੀਨਰ ਨੇ ਕਿੱਥੋਂ ਕੁਐਸਚਨ ਪੜ੍ਹ ਲਿਆ। ਹਰ ਵੀਕ ਤੁਸੀਂ ਆਹ ਵੀਡੀਓ ਲਗਾਓ ਸੰਡੇ ਦੀ ਐਂਡ ਯੂ ਵਿਲ ਫੀਲ ਦੀ ਡਿਫਰੈਂਸ। ਤੁਸੀਂ ਦੇਖੋਗੇ ਕਿ ਜਦੋਂ ਤੁਸੀਂ 4 ਜਾਂ 5 ਵੀਡੀਓਜ਼ ਵੀ ਲਗਾ ਲਈਆਂ ਤੁਹਾਡਾ ਕਿਸੇ ਵੀ ਨਿਊਜ਼ ਨੂੰ ਜਾਂ ਐਗਜ਼ਾਮ ਪੁਆਇੰਟ ਆਫ ਵਿਊ ਦੇ ਕੁਐਸਚਨ ਨੂੰ ਦੇਖਣ ਦਾ ਨਜ਼ਰੀਆ ਹੀ ਚੇਂਜ ਹੋ ਜਾਏਗਾ। ਸੋ ਜਿਵੇਂ ਕਿ ਮੈਂ ਤੁਹਾਨੂੰ ਅੱਗੇ ਵੀ ਦੱਸਦਾ ਹੁੰਨਾ ਸੰਡੇ ਨੂੰ ਆਪਾਂ ਇੱਦਾਂ ਦੇ ਟੌਪਿਕ ਡਿਸਕਸ ਕਰਦੇ ਹਾਂ ਐਂਡ ਜੋ ਸਟੈਟਿਕ ਜੀਕੇ ਦੇ ਵੱਡੇ ਟੌਪਿਕਸ ਹੁੰਦੇ ਆ ਮੇਨ ਟੌਪਿਕਸ ਵਰਲਡ ਹੈਰੀਟੇਜ ਸਾਈਟ ਇਨ ਇੰਡੀਆ ਟੈਂਪਲਸ ਇਨ ਇੰਡੀਆ ਏਅਰਪੋਰਟਸ ਇਨ ਇੰਡੀਆ ਨੈਸ਼ਨਲ ਪਾਰਕਸ ਇਨ ਇੰਡੀਆ ਵਾਈਲਡ ਲਾਈਫ ਸੈਂਚਰੀਜ਼ ਇਨ ਇੰਡੀਆ ਮੋਰ ਦੈਨ 100 ਟੌਪਿਕ ਇਹ ਆਪਾਂ ਹਰ ਟਿਊਜ਼ਡੇ ਐਂਡ ਵੈਡਨਸਡੇ ਨੂੰ ਟਿਊਜ਼ਡੇ ਐਂਡ ਫਰਾਈਡੇ ਨੂੰ ਆਪਾਂ 9 AM ਤੇ ਡਿਸਕਸ ਕਰਦੇ ਹਾਂ। ਸੋ ਨੈਕਸਟ ਟੌਪਿਕ ਆਪਾਂ ਚੱਲਦੇ ਹਾਂ। ਨੈਕਸਟ ਟੌਪਿਕ ਇਜ਼ ਬਾਇਓਡਾਈਵਰਸਿਟੀ ਇਨੀਸ਼ੀਏਟਿਵ by GOI means गवर्नमेंट ऑफ इंडिया। सो न्यूज़ की रही न्यूज़ ये रही बायोडाइवर्सिटी इनिशिएटिव लॉन्च्ड बाय गवर्नमेंट। क्यों क्योंकि मई 22 एवरी ईयर यूनाइटेड नेशन द्वारा बनाया जाता है द डे ऑफ बायोडाइवर्सिटी। बायोडाइवर्सिटी की होंदा है बायोडाइवर्सिटी बायो मीनस लाइफ जिथे भी बायो वर्ड आता है उनका मतलब होंदा है लाइफ एंड डाइवर्सिटी मीनस वैरायटी। सो वाइड वैरायटी ऑफ प्लांट्स एनीमल्स एंड माइक्रो ऑर्गेनिज्म जो इकट्ठे रहते हैं तो उन्होंने बायोडाइवर्सिटी किया जाता है एंड उसनों बैलेंस बना के रखने लई यूनाइटेड नेशन मई 22 जो है उन्होंने मनाता है इंटरनेशनल डे ऑफ बायोडाइवर्सिटी। एंड इस साल का थीम की रहा आवर सोल्यूशंस आर इन नेचर। सो गवर्नमेंट ऑफ इंडिया ने किहड़े इनिशिएटिव ले बेस्ड ऑन इंटरनेशनल ऑर्गेनाइजेशन। फर्स्ट लिया बायोडाइवर्सिटी संरक्षण इंटर्नशिप प्रोग्राम विद UNDP यूनाइटेड नेशन डेवलपमेंट प्रोग्राम के नाल मिल के एक इंटर्नशिप प्रोग्राम लिया जिंदे विच 20 स्टूडेंट्स नूं इंडिया चों मौका मिलेगा इस इंटर्नशिप नूं लगाउण दा। सैकेंड एक वैबीनार वगैरह कराए गए
एक तो नॉट ऑल एनिमल्स माइग्रेट बाय चॉइस कि हर जो एनिमल है वो आपकी चॉइस नाल ही माइग्रेट नहीं करते, ये भी रोकना चाहिए। दैन एक जो बायोडाइवर्सिटी कंजरवेशन एक्ट है 2002 उनके ते वैबीनार कराया गया। सो ये तुसीं याद रख सकते हो कि डिफरेंट की जो इनीशिएटिव होंगे है, लेकिन स्टैटिक पॉइंट ऑफ व्यू नाल तुसीं याद रखना है कि वट इज़ बायोडाइवर्सिटी, कदों बायोडाइवर्सिटी का ईयर मनाया जाता है, तो इनकी थीम जो है वो की रही। सो ये चीज़ां तुहानूं पता होनी चाहिए, क्योंकि एनवायरमेंट वातावरण हमेशा तो ही एग्जाम का फेवरेट टॉपिक होंदा है। वो देखते हैं कि जो भी जॉब लैन लई या जो भी कैंडीडेट है वो वातावरण के प्रति कितना क जागरूक है। सो ये चीज़ां तुहानूं पता होनी चाहिए। नैक्सट वेरी इंपोर्टेंट BRO आप चैट के विच तां ब्रदर लई लिखते हैं BRO, लेकिन जो तुसीं किसी भी बॉर्डर एरिया स्पैशली पहाड़ी एरिया लाइक लेह लद्दाख श्रीनगर की तरफ जाने हो तो थोनों सड़कों पर वारी लिखा हुआ मिलता है BRO की चीज़ है, बॉर्डर रोड ऑर्गेनाइजेशन। न्यूज़ की रही, BRO कंस्ट्रक्ट्स 440 मीटर लॉन्ग टनल बिलो चंबा टाउन इन यूके मीनस उत्तराखंड, इतने यूके यूनाइटेड किंगडम नहीं है, उत्तराखंड है। उत्तराखंड के चंबा टाउन के अंडरग्राउंड इस तरह की टनल बनाई गई है 440 मीटर की। किन्ने बनाई है? BRO ने। एंड इनू ऐसे वीक जो है इनका उद्घाटन किया श्री नितिन जयराम गडकरी जी ने। ठीक है, सो परपज़ की है? परपज़ है चार धाम यात्रा नूं होर ईजी करना। कि चार धाम यात्रा मीनस चार धाम तुहानूं पता ही है, छोटे चार धाम किहड़े है? गंगोत्री, यमुनोत्री, केदारनाथ, बद्रीनाथ। सो उत्थे जो नैशनल हाईवे वगैरह बन रहे हैं चारां नूं कनैक्ट करन लई, उहदे विच जो है ये एक प्रोजैक्ट बनाया गया 440 मीटर की टनल। सो किन्ने बनाई? BRO ने। BRO इस मंथ ना बहुत इंपोर्टेंट रहा, स्पैशली BRO जो है अगर आप गल करिए BRO 7 मई 1960 बनया सी। सो BRO का रेजिंग डे भी मनाया गया 7 मई नूं ऐसे मंथ, BRO रेजिंग डे। सो इस मंथ BRO बहुत इंपोर्टेंट रहा। तो आप मई की फर्स्ट वीडियो किया 80 किलोमीटर कैलाश मानसरोवर पाथ, जिंदे च आपां कीता सी कि लीपू लेक तो धारचूला जो है उस जगह ते एक 80 किलोमीटर की रोड बनाई गई है BRO के द्वारा, जो कि एक जो आप कह सकते हैं कि तुसीं सुन रहे होंगे कि इंडिया ते नेपाल भी दोस्त तो दुश्मन बनते जा रहे हैं, वो भी स्पैशली उस रोड करके है कि काला पानी एक जगह है जिन्होंने नेपाल आपदा कहता है, इंडिया आपदी जगह कहता है। सो ये भी BRO ने उत्थे एक रोड बनाई 80 किलोमीटर की। BRO 250 किलोमीटर गंगोत्री बद्रीनाथ वे बना रहे हैं, जिन्हों की नैशनल हाईवे 19 का नाम दिता गया है। BRO ने ही ऐसे मंथ डोपारी जो ब्रिज का उद्घाटन किया, जो श्री राजनाथ सिंह जी ने जो अपने डिफेंस मिनिस्टर है उन्होंने किया, किहड़ी जगह? अरुणाचल प्रदेश के। किहड़ी रिवर ते बनया? वो सुबानसिरी रिवर ते। ठीक है, सो BRO की आप गल कर रहे सी 7 मई 1960 नूं बनया। न्यू दिल्ली जो है इनके हैडकुआटर है, एंड जो करंट हैड है वो है लैफ्टिनेंट जनरल हरपाल सिंह। सो इत्थे आप गल की चार धाम की। सो चार धाम बारे मैं थोनों एक प्रीवियस स्लाइड दिखाना चाहूँगा। ये स्लाइड आप लीती है अपने 3rd लैक्चर चों, दैट इज़ टैंपल्स ऑफ इंडिया। सो अगर तुसीं डिटेल्स करना चाहते हो लैक्चर नंबर 3 तुसीं देख सकते हो अपनी स्टैटिक जीके का। उहदे च आपां गल कीती सी कि लॉर्ड शिवा के ज्योतिर्लिंग्स की, जिंदे च आपां गल कीती सी केदारनाथ। सो छोटे चार धाम, बड़े चार धाम। अगर आप छोटे चार धाम की गल करिए तो छोटे चार धाम है उत्तराखंड के विच केदारनाथ, बद्रीनाथ, गंगोत्री, यमुनोत्री, इन्हों छोटे चार धाम किया जाता है। एंड बड़े चार धाम अगर आप इंडिया के चारों दिशावां की गल करिए तो बद्रीनाथ नॉर्थ दे विच, ईस्ट दे विच पुरी उड़ीसा, साउथ दे विच रामेश्वरम तमिलनाडु, रामानाथा स्वामी टैंपल है जिथे भगवान शिव का। एंड अगर आप वैस्ट की गल करिए तो द्वारका गुजरात, जिथे कृष्ण जी नूं पूजा जाता है मेन डाइटी के रूप च, दैन द्वारका। सो ये बड़े चार धाम है, ये छोटे चार धाम है। सो BRO ने जो प्रोजैक्ट बनाया है दैट इज़ रिलेटिड टू छोटे चार धाम, जिंदे विच 440 मीटर की एक टनल बनाई गई है चंबा टाउन दे विच। ठीक है जी, सो दिस इज़ ऑल अबाउट BRO। नैक्सट गल करते हैं वेरी इंपोर्टेंट UN मिलिट्री जेंडर एडवोकेट अवॉर्ड। थोनों एक चीज़ होर जान के अगर तुसीं जानते हो तो थोनों पता होएगा, नहीं तो एक चीज़ जान के थोनों स्ट्रेंज लगेगी गल कि सिर्फ मिलिट्री ही नहीं, जो देशों का समूह है ना UN, इंडिया दे या हर देश दे कुछ जो आर्मी दे जवान होंदे है
ਉਹ UN ਪੀਸ ਕੀਪਿੰਗ ਮਿਸ਼ਨ ਦੇ ਵਿੱਚ ਵੀ ਜਾਂਦੇ ਹੈ। ਜਿਵੇਂ ਫੋਰ ਐਗਜ਼ਾਮਪਲ UN ਨੇ ਦੇਖਿਆ ਕਿ ਸਾਊਥ ਸੁਡਾਨ ਦੇ ਵਿੱਚ ਜੋ ਹੈ ਉਹ ਸਥਿਤੀ ਖਰਾਬ ਹੋ ਰਹੀ ਹੈ, ਤਾਂ ਅਲੱਗ-ਅਲੱਗ ਦੇਸ਼ਾਂ ਤੋਂ ਪੀਸ ਕੀਪਿੰਗ ਜੋ ਪਰਸਨ ਹੈ ਉਹਨਾਂ ਨੂੰ ਆਪਦੀ ਇੱਕ ਫੌਜ ਬਣਾ ਕੇ ਭੇਜਦਾ ਹੈ, ਜੋ ਉੱਥੇ ਸ਼ਾਂਤੀ ਨੂੰ ਜੋ ਹੈ ਉਹ ਰੱਖਣ ਲਈ ਸਹਾਇਤਾ ਕਰਦੇ ਹੈ। ਠੀਕ ਹੈ, ਸੋ ਉਹਦੇ ਵਿੱਚ ਅਲੱਗ-ਅਲੱਗ ਜੋ ਆਫਿਸਰ ਹੈ ਉਹ ਜਾਂਦੇ ਹੈ। ਸੋ ਇੰਡੀਆ ਦੀ ਇੱਕ ਆਫਿਸਰ ਮੇਜਰ ਸੁਮਨ ਗਵਾਨੀ, ਜਿਹਨੂੰ ਕਿ ਸਾਊਥ ਸੁਡਾਨ ਦੇ ਵਿੱਚ ਇਸੇ ਤਰ੍ਹਾਂ UN ਪੀਸ ਕੀਪਿੰਗ ਮਿਸ਼ਨ ਦੇ ਵਿੱਚ ਰੱਖਿਆ ਗਿਆ ਸੀਗਾ। ਇਹ ਕਿਉਂ ਇੰਪੋਰਟੈਂਟ ਹੈ ਇਸ ਵੀਕ? ਦੋ ਕਾਰਨਾਂ ਕਰਕੇ। ਪਹਿਲਾ ਕਾਰਨ ਤੁਸੀਂ ਯਾਦ ਰੱਖਣਾ ਹੈ 29 ਮਈ, 29 ਮਈ ਜੋ ਫਰਾਈਡੇ ਨੂੰ ਸੀ, 29 ਮਈ ਨੂੰ ਜੋ UN ਪੀਸ ਕੀਪਿੰਗ ਆਪਾਂ ਗੱਲ ਕਰ ਰਹੇ ਹਾਂ ਨਾ, UN ਪੀਸ ਕੀਪਿੰਗ ਡੇ ਮਨਾਇਆ ਜਾਂਦਾ ਹੈ 29 ਮਈ। ਸੋ ਉਸੇ ਦਿਨ ਇੱਕ ਅਵਾਰਡ ਦਿੱਤਾ ਗਿਆ। ਉਹ ਅਵਾਰਡ ਕੀ ਹੈ? UN ਮਿਲਟਰੀ ਜੈਂਡਰ ਐਡਵੋਕੇਟ ਅਵਾਰਡ। ਸੋ ਉਹ ਅਵਾਰਡ ਪਹਿਲੀ ਵਾਰੀ ਜੋ ਹੈ ਉਹ ਲੇਡੀਜ਼ ਨੂੰ ਦੋ ਲੇਡੀਜ਼ ਨੂੰ ਦਿੱਤਾ ਗਿਆ ਪਹਿਲੀ ਵਾਰੀ, ਜਿਨ੍ਹਾਂ ਚੋਂ ਇੱਕ ਲੇਡੀ ਹੈ ਇੰਡੀਆ ਦੀ ਮੇਜਰ ਸੁਮਨ ਗਵਾਨੀ, ਪਹਿਲੀ ਇੰਡੀਅਨ ਹੈ ਜਿਹਨੂੰ ਮਿਲਿਆ ਹੈ, ਐਂਡ ਦੂਸਰੀ ਲੇਡੀ ਹੈ ਬ੍ਰਾਜ਼ੀਲ ਤੋਂ, ਦੈਟ ਇਜ਼ ਕਾਰਲਾ ਮੈਂਟੀਰੀਨੋ ਡੀ ਕਾਸਟਰੋ। ਇਹ ਵੈਸੇ ਬ੍ਰਾਜ਼ੀਲੀਅਨ ਦੀ ਸੈਕਿੰਡ ਲੇਡੀ ਹੈ, ਲੇਕਿਨ ਇੰਡੀਆ ਦੀ ਫਸਟ ਲੇਡੀ ਹੈ ਜਿਹਨੂੰ ਇਹ ਅਵਾਰਡ ਮਿਲਿਆ ਹੈ UN ਪੀਸ ਕੀਪਿੰਗ ਅਵਾਰਡ। 2016 'ਚ ਇਹ ਅਵਾਰਡ ਸ਼ੁਰੂ ਹੋਇਆ ਸੀ, ਐਂਡ ਜੋ ਮੇਜਰ ਸੁਮਨ ਗਵਾਨੀ ਹੈ ਸ਼ੀ ਵਾਜ਼ ਡਿਪਲੋਇਡ ਐਟ ਸਾਊਥ ਸੁਡਾਨ। ਇਹਨਾਂ ਨੂੰ ਸਾਊਥ ਸੁਡਾਨ ਦੇ ਵਿੱਚ ਜੋ ਹੈ ਉਹ ਸਟੇਸ਼ਨ ਕੀਤਾ ਗਿਆ ਸੀ, ਐਂਡ ਇਹ ਜੋ ਲੇਡੀ ਇਹ ਗੜਵਾਲ ਡਿਸਟ੍ਰਿਕਟ ਤੋਂ ਹੈ, ਉੱਤਰਾਖੰਡ ਤੋਂ, ਯਾਦ ਰੱਖਣਾ ਹੈ। ਸੋ ਮੇਨ ਤੁਸੀਂ ਇਹ ਨਿਊਜ਼ ਚੈਨਲਾਂ 'ਤੇ ਵੀ ਦੇਖਿਆ ਹੋਏਗਾ ਕਿ ਕਾਫੀ ਇਹਨਾਂ ਦੀ ਪ੍ਰੇਜ਼ ਹੋ ਰਹੀ ਹੈ ਕਿ ਇਹਨਾਂ ਨੂੰ ਪਹਿਲੀ ਇੰਡੀਆ ਦੀ ਉਹ ਲੇਡੀ ਹੈ ਜਿਨ੍ਹਾਂ ਨੂੰ UN ਮਿਲਟਰੀ ਅਵਾਰਡ ਦਿੱਤਾ ਗਿਆ ਹੈ ਪੀਸ ਕੀਪਿੰਗ ਮਿਸ਼ਨ ਦੁਆਰਾ, ਮੇਜਰ ਸੁਮਨ ਗਵਾਨੀ। ਸੋ ਅਗਰ ਇਹ ਪਹਿਲੀ ਲੇਡੀ ਹੈ, ਸੋ ਆਪਾਂ ਸਟੈਟਿਕ GK ਕੀ ਲੈ ਸਕਦੇ ਹਾਂ ਕਿ ਹੋਰ ਵੀ ਇਸ ਤਰ੍ਹਾਂ ਦੀਆਂ ਲੇਡੀਜ਼ ਹੋਣਗੀਆਂ ਜੋ ਫਸਟ ਰਹਿੰਦੀਆਂ, ਬੜਾ ਇੰਪੋਰਟੈਂਟ ਆ ਜਾਂਦਾ ਹੈ। ਵੈਸੇ ਤਾਂ ਇੱਦਾਂ ਦੀਆਂ ਬਹੁਤ ਸਾਰੀਆਂ ਲੇਡੀਜ਼ ਹੈ, ਲੇਕਿਨ ਫਿਰ ਵੀ ਆਪਾਂ ਕੁਝ ਇੰਪੋਰਟੈਂਟ ਦੀ ਗੱਲ ਕਰਦੇ ਹਾਂ। ਲਾਈਕ ਫਸਟ ਵਿਮਨ ਪ੍ਰਾਈਮ ਮਿਨਿਸਟਰ ਕੌਣ ਸੀਗੇ ਇੰਡੀਆ ਦੇ? ਇੰਦਰਾ ਗਾਂਧੀ। ਫਸਟ ਵੂਮੈਨ ਮਿਨਿਸਟਰ ਇਨ ਗੌਰਮੈਂਟ, ਇਸ ਤਰ੍ਹਾਂ ਦੀ ਵਿਮੈਨ ਜੋ ਪਹਿਲੀ ਵਾਰੀ ਮਿਨਿਸਟਰ ਬਣੀ ਗੌਰਮੈਂਟ ਦੇ ਵਿੱਚ, ਦੈਟ ਇਜ਼ ਰਾਜਕੁਮਾਰੀ ਅੰਮ੍ਰਿਤ ਕੌਰ। ਤੁਸੀਂ ਅਗਰ KBC ਦੇਖਦੇ ਹੋ ਕੌਣ ਬਣੇਗਾ ਕਰੋੜਪਤੀ, ਲਾਸਟ KBC ਦੇ ਵਿੱਚ ਆਹ ਕੁਐਸਚਨ 50 ਲੱਖ ਦੇ ਕੁਐਸਚਨ ਦੇ ਵਿੱਚ ਆਇਆ ਸੀ ਕਿ ਜੋ ਫਸਟ ਲੇਡੀ ਮਿਨਿਸਟਰ ਸੀ ਇੰਡੀਆ ਦੀ ਅੰਮ੍ਰਿਤ ਕੌਰ, ਉਹਨਾਂ ਨੂੰ ਕਿਹੜਾ ਡਿਪਾਰਟਮੈਂਟ ਦਿੱਤਾ ਗਿਆ ਸੀ, ਯਾਨੀ ਕਿ ਕਿਹੜੇ ਫੀਲਡ ਦੀ ਉਹ ਮਿਨਿਸਟਰ ਸੀਗੇ। ਸੋ ਇਹਦਾ ਜਵਾਬ ਹੈ ਸ਼ੀ ਵਾਜ਼ ਮਿਨਿਸਟਰ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ, ਜਿਨ੍ਹਾਂ ਦੇ ਇਸ ਟਾਈਮ ਡਾਕਟਰ ਹਰਸ਼ਵਰਧਨ ਹੈ। ਸੋ ਪਹਿਲੇ ਜੋ ਆਪਣੇ ਮੈਡੀਕਲ ਪ੍ਰੋਫੈਸ਼ਨ ਦੇ ਜੋ ਡਾਕਟਰ ਸੀ, ਦੈਟ ਇਜ਼ ਰਾਜਕੁਮਾਰੀ ਅੰਮ੍ਰਿਤ ਕੌਰ। ਦੈਨ ਫਸਟ ਵੂਮੈਨ ਜੱਜ ਇਨ ਸੁਪਰੀਮ ਕੋਰਟ ਫਾਤਿਮਾ ਬੀਵੀ। फर्स्ट वुमेन चीफ जस्टिस ऑफ हाई कोर्ट लीला सेठ। फर्स्ट वुमेन CM ऑफ इंडियन स्टेट, पहली CM कौन रही? सुचेता कृपलानी। पहली वुमेन गवर्नर कौन रही? सरोजनी नायडू। अगर स्टेट की गल करिए तो दोनों ही UP। ओके, दैन फर्स्ट वुमेन IPS तुम जानते ही होंगे किरण बेदी। फर्स्ट वुमेन डॉक्टर, इंडिया की पहली डॉक्टर कौन सी जो लेडी सी? दैट इज़ कंदाबिनी गांगुली। फर्स्ट वुमेन स्पीकर ऑफ लोक सभा 2009 ਦੇ ਵਿੱਚ ਬਣੇ ਸੀ ਮੀਰਾ ਕੁਮਾਰ, ਮੈਡਮ ਮੀਰਾ ਕੁਮਾਰ ਪਹਿਲੇ ਸਪੀਕਰ ਸੀ। ਦੈਨ ਫਸਟ ਵੂਮੈਨ ਟੂ ਗੋ ਇਨਟੂ ਸਪੇਸ ਕਲਪਨਾ ਚਾਵਲਾ। ਸੋ ਇਹ ਲਿਸਟ ਇੱਥੇ ਹੀ ਖਤਮ ਨਹੀਂ ਹੋ ਜਾਂਦੀ। ਆਪਾਂ ਜੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਟਿਊਜ਼ਡੇ ਤੇ ਫਰਾਈਡੇ ਸਟੈਟਿਕ GK ਦੇ ਟੌਪਿਕ ਲੈਂਦੇ ਆ, ਉਹਨਾਂ ਵਿੱਚ ਆਉਣ ਵਾਲੇ ਦਿਨਾਂ 'ਚ ਟੌਪਿਕ ਆਏਗਾ ਫਸਟ ਇਨ ਇੰਡੀਆ। ਉਹਦੇ 'ਚ ਆਪਾਂ ਮੈਨ, ਵਿਮੈਨ, ਮਿਸਲੇਨੀਅਸ ਆਪਾਂ ਸਾਰੀ ਚੀਜ਼ਾਂ ਡਿਟੇਲ ਦੇ ਵਿੱਚ ਕਰਾਂਗੇ। ਇੱਥੇ ਅਗਰ 10 ਜਾਂ 12 ਡਿਸਕਸ ਕੀਤੇ ਹੋਏ ਆ, ਉਹਦੇ 'ਚ ਆਪਾਂ ਮਿਨੀਮਮ 50 to 60 ਆਪਾਂ ਕਰਾਂਗੇ, ਇੱਕ ਚੀਜ਼ ਆਪਾਂ ਡਿਸਕਸ ਕਰਾਂਗੇ। ਨੈਕਸਟ ਆਪਾਂ ਗੱਲ ਕਰੀਏ ਨਾਬਾਰਡ ਬਹੁਤ ਇੰਪੋਰਟੈਂਟ ਰਿਹਾ ਇਸ ਵੀਕ। ਇੱਕ ਚੀਜ਼ ਮੰਨ ਕੇ ਚੱਲੋ, ਨਾਬਾਰਡ ਜੋ ਹੈ ਨਾ ਉਹ ਫੇਵਰੇਟ ਟੌਪਿਕ ਹੈ PPSC ਦਾ। PPSC ਦਾ ਫੇਵਰੇਟ ਟੌਪਿਕ ਹੈ, ਬਹੁਤ ਵਾਰੀ ਕੁਐਸਚਨ ਨਾਬਾਰਡ 'ਚੋਂ ਪੁੱਛਿਆ ਜਾਂਦਾ ਹੈ, ਤਾਂ ਹੀ ਆਪਾਂ ਇਹਦੇ 'ਤੇ ਨਾਬਾਰਡ ਦਾ ਟੌਪਿਕ ਲਿਆ। ਕਿਉਂ ਇੰਪੋਰਟੈਂਟ ਰਿਹਾ? ਕਿਉਂਕਿ ਨਾਬਾਰਡ ਦੇ ਜੋ ਚੇਅਰਮੈਨ ਕਾਫੀ ਟਾਈਮ ਤੋਂ ਜੋ ਸਟੂਡੈਂਟ ਹੈ ਉਹ ਯਾਦ ਕਰ ਰਹੇ ਸੀਗੇ ਕਿ ਜੋ ਹੈ ਹਰਸ਼ ਬਨਵਾਲਾ ਇਹਨਾਂ ਦੇ ਚੇਅਰਮੈਨ ਹੈ, ਲੇਕਿਨ ਹੁਣ ਨਿਊ ਚੇਅਰਮੈਨ ਅਪੋਇੰਟ ਹੋਏ ਹੈ ਜਿਨ੍ਹਾਂ ਦਾ ਨਾਮ ਹੈ ਗੋਵਿੰਦਾ ਰਾਜੂਲੂ ਚਿੰਤਾਲਾ। ਸੋ ਨਾਬਾਰਡ ਦੀ ਇੱਥੇ ਆਪਾਂ ਸਿਰਫ ਸਟੈਟਿਕ GK ਦੀ ਗੱਲ ਕਰਾਂਗੇ। ਨਾਬਾਰਡ ਦੀ ਫੁੱਲ ਫਾਰਮ ਬਹੁਤ ਵਾਰੀ ਪੁੱਛ ਲਈ ਜਾਂਦੀ ਹੈ, ਨੈਸ਼ਨਲ ਬੈਂਕ ਫॉर ਐਗਰੀਕਲਚਰ ਡਿਵੈਲਪਮੈਂਟ। ਫਾਊਂਡਡ ਹੋਇਆ 1982 ਦੇ ਵਿੱਚ, ਹੈੱਡਕੁਆਟਰ ਮੁੰਬਈ ਦੇ ਵਿੱਚ ਹੈ। ਆਹ ਤੁਸੀਂ ਇੱਥੇ ਪੜ੍ਹ ਸਕਦੇ ਹੋ ਸਕਰੀਨਸ਼ਾਟ ਲੈ ਕੇ ਕਿ ਨਾਬਾਰਡ ਦੇ ਫੰਕਸ਼ਨ ਕੀ ਹੈ। ਮੈਂ ਤੁਹਾਨੂੰ ਇੱਕ ਲਾਈਨ 'ਚ ਹੀ ਦੱਸ ਸਕਦਾ ਕਿ ਨਾਬਾਰਡ ਦਾ ਜੋ ਮੇਨ ਫੰਕਸ਼ਨ ਹੈ ਨਾ, ਨਾਬਾਰਡ ਇਜ਼ ਏ ਰੀਫਾਈਨੈਂਸਿੰਗ ਏਜੰਸੀ। ਨਾਬਾਰਡ ਡਾਇਰੈਕਟ ਪਬਲਿਕ ਡੀਲਿੰਗ ਨਹੀਂ ਕਰਦਾ, ਲੇਕਿਨ ਜਿਹੜੇ ਬੈਂਕ ਰੂਰਲ ਡਿਵੈਲਪਮੈਂਟ, ਜੋ ਕਿਸਾਨਾਂ ਨੂੰ ਲੋਨ ਦਿੰਦੇ ਹੈ, ਉਹਨਾਂ ਬੈਂਕਾਂ ਨੂੰ ਲੋਨ ਕੌਣ ਦਿੰਦਾ ਹੈ?
ਘੱਟ ਵਿਆਜ ਤੇ ਰੀਫਾਈਨੈਂਸ ਏਜੰਸੀ ਨਾਬਾਰਡ। ਸੋ ਨਾਬਾਰਡ ਬੈਂਕਾਂ ਨੂੰ ਲੋਨ ਦਿੰਦਾ ਹੈ ਘੱਟ ਵਿਆਜ ਤੇ ਐਂਡ ਬੈਂਕ ਅੱਗੇ ਕਿਸਾਨਾਂ ਨੂੰ ਲੋਨ ਦਿੰਦੇ ਹੈ। ਸੋ ਨਾਬਾਰਡ ਜੋ ਹੈ ਇਹ ਇੱਕ ਰੀਫਾਈਨੈਂਸਿੰਗ ਏਜੰਸੀ ਹੈ। ਨਾਲ ਜੋ ਨਾਬਾਰਡ ਹੈ ਇਹ ਜੋ RRB ਰੀਜਨਲ ਰੂਰਲ ਬੈਂਕ ਹੁੰਦੇ ਆ ਜਾਂ ਡਿਫਰੈਂਟ ਜੋ ਰੂਰਲ ਕੋਆਪਰੇਟਿਵ ਬੈਂਕ ਹੁੰਦੇ ਆ ਉਹਨਾਂ ਨੂੰ ਵੀ, ਜਿੱਦਾਂ RBI ਬਾਕੀ ਬੈਂਕਾਂ ਨੂੰ ਕੰਟਰੋਲ ਕਰਦਾ ਹੈ, RRB ਜਾਂ ਕੋਆਪਰੇਟਿਵ ਬੈਂਕਾਂ ਨੂੰ ਨਾਬਾਰਡ ਹੀ ਹੈ ਜੋ ਕੰਟਰੋਲ ਕਰਦਾ ਹੈ। ਨਾਬਾਰਡ ਦਾ ਜੋ ਓਨਰ ਹੁੰਦਾ ਉਹ ਗੌਰਮੈਂਟ ਆਫ ਇੰਡੀਆ ਐਂਡ RBI ਦੋਨੋਂ ਹੁੰਦੇ ਆ। ਸੋ ਨਾਬਾਰਡ ਬਾਰੇ ਤੁਸੀਂ ਇਹ ਸਾਰੀ ਚੀਜ਼ ਡਿਸਕਸ ਕਰ ਸਕਦੇ ਹੋ, ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ। ਨੈਕਸਟ ਆਪਾਂ ਗੱਲ ਕਰੀਏ ਬੈਡ ਬੈਂਕ। ਆਪਣਾ ਲਾਸਟ ਟੌਪਿਕ ਹੈ ਅੱਜ ਦਾ ਬੈਡ ਬੈਂਕ। ਬੈਡ ਬੈਂਕ ਕੀ ਹੈ? ਬੈਡ ਬੈਂਕ ਦਾ ਨਾਮ ਹੈ, ਤੁਸੀਂ ਇਹ ਨਹੀਂ ਸਮਝ ਲੈਣਾ ਕਿ ਜਿੱਥੇ ਜੋ ਕਸਟਮਰ ਦਾ ਪ੍ਰੋਪਰ ਬਿਹੇਵ ਨਹੀਂ ਕਰਦੇ ਅਗਰ ਸਟਾਫ ਤਾਂ ਉਹ ਬੁਰਾ ਬੈਂਕ ਹੋ ਜਾਂਦਾ ਹੈ, ਉਹ ਬੈਡ ਬੈਂਕ ਨਹੀਂ ਹੈ। ਇਹ ਬੈਡ ਬੈਂਕ ਕੀ ਚੀਜ਼ ਹੈ, ਇਹਦੀ ਡੈਫੀਨੇਸ਼ਨ ਆਪਾਂ ਨੂੰ ਆਉਣੀ ਚਾਹੀਦੀ ਹੈ। IBA ਇੰਡੀਅਨ ਬੈਂਕਿੰਗ ਐਸੋਸੀਏਸ਼ਨ ਨੇ ਇਹ ਸੁਜੈਸਟ ਕੀਤਾ ਹੈ ਗੌਰਮੈਂਟ ਨੂੰ ਕਿ ਗੌਰਮੈਂਟ ਇੱਕ ਬੈਂਕ ਬਣਾਵੇ ਜਿਹਨੂੰ ਕਿਹਾ ਜਾਵੇ ਬੈਡ ਬੈਂਕ। ਠੀਕ ਹੈ, ਬੈਡ ਬੈਂਕ ਕੀ ਕਰੇ, ਜੋ ਵੀ ਬੈਂਕਾਂ ਦੇ NPA ਹੋ ਜਾਂਦੇ ਹੈ, ਨੋਨ ਪਰਫੋਰਮਿੰਗ ਅਸੈਟ, ਜੋ ਲੋਨ ਵਾਪਸ ਆਉਣ ਦੀ ਉਮੀਦ ਨਹੀਂ ਹੁੰਦੀ, ਉਹਨਾਂ ਲੋਨਸ ਨੂੰ ਬੈਡ ਬੈਂਕ ਖਰੀਦ ਲਵੇ ਐਂਡ ਉਸ ਤੋਂ ਬਾਅਦ ਬੈਡ ਬੈਂਕ ਆਪਣੀਆਂ ਡਿਫਰੈਂਟ ਜੋ ਹੈ ਕੰਪਨੀਜ਼ ਬਣਾਵੇ। ਦੈਟ ਇਜ਼ ARC ਅਸੈਟ ਰੀਕਨਸਟਰਕਸ਼ਨ ਕੰਪਨੀ ਜਿਹਨੂੰ ਗੌਰਮੈਂਟ ਚਲਾਵੇ, ਅਸੈਟ ਮੈਨੇਜਮੈਂਟ ਕੰਪਨੀ ਜਿਹਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਚਲਾਉਣ ਐਂਡ AIF ਅਲਟਰਨੇਟ ਇਨਵੈਸਟਮੈਂਟ ਫੰਡ ਬਣਾਵੇ। ਯਾਨੀ ਕਿ ਕਹਿਣ ਦਾ ਮਤਲਬ ਉਹਨਾਂ ਲੋਨਸ ਨੂੰ ਵਾਪਸ ਪਾਉਣ ਲਈ, ਮੰਨ ਲਓ ਕੋਈ ਕੰਪਨੀ ਗਿਰਵੀ ਰੱਖੀ ਹੈ, ਕੰਪਨੀ ਜੋ ਹੈ ਉਹ ਮੰਨ ਲਓ ਹੁਣ ਐਕਵਾਇਰ ਕਰ ਲਈ ਬੈਂਕ ਨੇ, ਉਹ ਕੰਪਨੀ ਨੂੰ ਚਲਾਊਗਾ ਕੌਣ? ਬੈਂਕ ਨੂੰ ਤਾਂ ਇੰਨਾ ਟਾਈਮ ਨਹੀਂ ਹੈ। ਸੋ ਇੱਕ ਬੈਡ ਬੈਂਕ ਬਣੇ ਜੋ ਉਹ ਸਾਰੇ ਲੋਨ ਉਹ ਕੰਪਨੀ ਚਲਾਉਣ ਵਾਸਤੇ ਉਹ ਅਸੈਟ ਰੀਕਨਸਟਰਕਸ਼ਨ ਕੰਪਨੀ ਬਣਾਵੇ। ਉਹ ਕੰਪਨੀ ਚਾਹੇ ਤਾਂ ਉਹਨੂੰ ਵੇਚੇ ਜਾਂ ਉਹਨੂੰ ਜੋ ਹੈ ਚਲਾਵੇ, ਲੇਕਿਨ ਬੈਂਕ ਨੂੰ ਉਹਦਾ ਪੈਸਾ ਮਿਲ ਜੇ। ਐਸੇ ਤਰ੍ਹਾਂ ਅਸੈਟ ਮੈਨੇਜਮੈਂਟ ਕੰਪਨੀ ਬਣਾ ਸਕਦੀ ਹੈ ਗੌਰਮੈਂਟ, ਅਲਟਰਨੇਟ ਇਨਵੈਸਟਮੈਂਟ ਫੰਡ ਬਣਾ ਸਕਦੀ ਹੈ। ਕਿਉਂ ਇਹ ਸਭ ਕੁਝ ਕਿਉਂ ਬਣਾਵੇ? ਤਾਂ ਕਿ ਜੋ ਬੈਂਕ ਦੇ NPA ਹੋ ਗਏ ਹੈ, NPA ਨੂੰ ਰਿਕਵਰ ਕਰਨ ਲਈ ਬੈਂਕ ਨੂੰ ਦੁਬਾਰਾ ਪੈਸਾ ਮਿਲੇ। ਉਹਨੂੰ ਬੈਂਕ ਨੂੰ ਦੁਬਾਰਾ ਪੈਸਾ ਕੌਣ ਦਿਲਾਵੇ? ਬੈਡ ਬੈਂਕ। ਬੈਡ ਬੈਂਕ ਮੀਨਸ ਉਹ ਬੈਂਕ ਜੋ ਬੈਡ ਲੋਨ ਹੋ ਚੁੱਕੇ ਹੈ ਉਹਨਾਂ ਨੂੰ ਸੰਭਾਲੇ। ਸੋ ਬੈਡ ਬੈਂਕ ਦਾ ਤੁਸੀਂ ਟਰਮ ਯਾਦ ਰੱਖਣੀ ਹੈ। ਇਹਦਾ ਤੁਸੀਂ ਸਕਰੀਨਸ਼ਾਟ ਲੈ ਕੇ ਇਹਨੂੰ ਡਿਟੇਲ 'ਚ ਪੜ੍ਹ ਸਕਦੇ ਹੋ। So students, these are all about our topics of my last week. ਜਾਂਦੇ ਇੱਕ ਚੀਜ਼ ਤੁਹਾਨੂੰ ਦੱਸੂਗਾ ਜੋ ਬੜੀ ਇੰਪੋਰਟੈਂਟ ਹੈ ਜਾਂ ਤੁਹਾਡੀ ਵੈਸੇ ਅਵੇਅਰਨੈਸ ਹੀ ਜ਼ਰੂਰੀ ਹੈ, ਜੋ ਤੁਸੀਂ ਬਾਕੀਆਂ ਨੂੰ ਵੀ ਦੱਸਿਓ। ਉਹ ਹੈ ਇਸ ਵੀਕ ਇੱਕ ਹੋਰ ਇੰਪੋਰਟੈਂਟ ਹੋਇਆ। ਤੁਸੀਂ ਜਾਂਦੇ ਮੈਂ ਤੁਹਾਨੂੰ ਦੋ ਆਪਸ਼ਨ ਦੇ ਕੇ ਜਾਣਾ, ਲੀਚੀ ਅਤੇ ਮੈਂਗੋ। ਅਗਰ ਤੁਸੀਂ ਲੀਚੀ ਅਤੇ ਮੈਂਗੋ ਖਾਣੇ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ, ਮੇਰੀ ਤਰਫੋਂ ਨਹੀਂ ਹੈ, ਤੁਸੀਂ ਖੁਦ ਹੀ ਪਰਚੇਜ਼ ਕਰਨੇ ਪੈਣਗੇ। ਬਿਹਾਰ ਦੀਆਂ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਹੈ ਜੋ ਐਗਜ਼ਾਮ 'ਚ ਵੀ ਪੁੱਛਣੀਆਂ ਜਾਂਦੀਆਂ। ਬਿਹਾਰ ਦੀਆਂ ਇੰਪੋਰਟੈਂਟ ਹੈ, ਇੱਕ ਹੈ ਲੀਚੀ, ਸ਼ਾਹੀ ਲੀਚੀ ਕਿਹਾ ਜਾਂਦਾ ਜਿਹੜੀ ਮੁਜ਼ੱਫਰਪੁਰ ਵਗੈਰਾ 'ਚ ਬਹੁਤ ਜ਼ਿਆਦਾ ਹੁੰਦੀ ਹੈ। ਦੂਸਰੀ ਹੈ ਜਰਦਾਲੂ ਮੈਂਗੋ। ਸੋ ਬਿਹਾਰ ਗੌਰਮੈਂਟ ਨੇ ਇੰਡੀਆ ਪੋਸਟ ਨਾਲ ਇੱਕ ਟਾਈ ਅਪ ਕੀਤਾ ਹੈ, ਜਿਹਦੇ ਵਿੱਚ ਇੰਡੀਆ 'ਚ ਬੈਠਾ ਕੋਈ ਵੀ ਸ਼ਖਸ ਥਰੂ bihar.horticulture.gov.in ਤੋਂ ਆ ਦੋਨੋਂ ਪ੍ਰੋਡਕਟ ਜੋ ਹੈ ਉਹ ਮੰਗਵਾ ਕੇ ਖਾ ਸਕਦਾ ਹੈ। ਬਟ ਆਪਾਂ ਨੂੰ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇਹ ਇੰਪੋਰਟੈਂਟ ਰੱਖਣਾ ਹੈ ਕਿ ਬਿਹਾਰ ਦੇ ਦੋ ਪ੍ਰੋਡਕਟ ਹੈ ਜਿਨ੍ਹਾਂ ਨਾਲ ਇੰਡੀਆ ਪੋਸਟ ਨੇ ਟਾਈ ਅਪ ਕੀਤਾ ਹੈ, ਦੈਟ ਇਜ਼ ਲੀਚੀ, ਸ਼ਾਹੀ ਲੀਚੀ ਐਂਡ ਜਰਦਾਲੂ ਮੈਂਗੋ। ਓਕੇ ਗਾਈਜ਼, ਸੋ ਥੈਂਕ ਯੂ ਸੋ ਮਚ। ਸੋ ਤੁਸੀਂ ਦੇਖ ਲਿਆ ਹੋਏਗਾ ਕਿ ਇਹ ਬੜਾ ਹੀ ਜੋ ਹੈ ਕੰਪੈਕਟ ਸ਼ੋਅ ਹੈ ਜਿਹਦੇ ਵਿੱਚ ਆਪਾਂ ਪੂਰੇ ਵੀਕ ਦੇ ਬਰਨਿੰਗ ਇਸ਼ੂ ਨੂੰ ਇੱਕ ਡਿਟੇਲ ਰਾਹੀਂ ਉਹਦੀ ਸਟੈਟਿਕ GK ਆਪਾਂ ਕਰਦੇ ਹਾਂ। ਸੋ ਦੋਸਤੋ ਜੁੜੇ ਰਹਿਣਾ ਹੈ। ਮਈ ਦੇ ਬਾਕੀ ਵੀਡੀਓਜ਼ ਅਗਰ ਤੁਸੀਂ ਨਹੀਂ ਦੇਖੇ ਤਾਂ ਜ਼ਰੂਰ ਦੇਖਣੇ ਹੈ, ਉਸ ਨਾਲ ਹੀ ਤੁਹਾਨੂੰ ਸਾਰੀ ਚੀਜ਼ ਕਲੀਅਰ ਹੋਏਗੀ। ਸੋ ਟਿਊਜ਼ਡੇ ਐਂਡ ਫਰਾਈਡੇ ਆਪਣਾ ਸਟੈਟਿਕ ਟੌਪਿਕਸ ਆਉਂਦੇ ਹੈ, ਹਰ ਸੰਡੇ ਇਹ ਜੋ ਹੈ ਇਹ ਟੌਪਿਕ GK ਬਲਾਸਟ ਆਉਂਦਾ ਰਹੇਗਾ। ਓਕੇ ਦੋਸਤੋ, ਸਟੇ ਸੇਫ, ਸਟੇ ਐਟ ਹੋਮ, ਰੱਬ ਰਾਖਾ।